ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੁੱਲਿਆਂ ਨੂੰ ਰਸਤੇ ਪਾਉਣ ਵਾਲਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ। ਸਿੱਧੇ ਰਸਤੇ ਤੁਰਿਆਂ ਜਾਂਦਿਆਂ ਨੂੰ ਠਰਕਾਉਣ ਵਾਲੇ ਬੜੇ ਮਿਲਣਗੇ, ਪਰ ਜੇ ਕੋਈ ਭੁੱਲ ਗਿਆ ਹੈ, ਉਹਨੂੰ ਸਿੱਧੇ ਰਸਤੇ ਪਾਉਣ ਵਾਲਾ ਉਹ ਕਲਗੀਆਂ ਵਾਲਾ ਹੀ ਹੋ ਸਕਦਾ ਹੈ। ਅਤੇ ਉਹ ਵੀ ਉਹਨਾਂ ਨੂੰ ਜਿਹੜੇ ਕਿਸੇ ਟਾਈਮ ਕਹਿੰਦੇ ਸੀ ਕਿ ਅਸੀਂ ਤੇਰੇ ਤੋਂ ਜਾਨਾਂ ਵਾਰ ਦੇਵਾਂਗੇ, ਤੇਰੇ ਇੱਕ ਇੱਕ ਇਸ਼ਾਰੇ ਤੋਂ, ਅਤੇ ਉਹ ਕਹਿਣ ਲਈ ਇਹ ਮਜਬੂਰ ਹੋ ਜਾਣ, ਬੋਲੇ ਸਿੰਘ ਜੀ ਲੇਖਾ ਅੱਜ ਖਤਮ ਹੋਇਆ, ਨਾ ਤੂੰ ਗੁਰੂ ਸਾਡਾ ਨਾ ਹੀ ਸਿੱਖ ਅਸੀਂ, ਦਾਵਾ ਮੁਕਿਆ ਲਓ ਇਹ ਬੇਦਾਵਾ, ਚਿੱਟੇ ਕਾਗਜ਼ ਤੇ ਦਿੰਦੇ ਹਾਂ ਲਿਖ ਅਸੀਂ। ਇਹ ਕਹਿਣ ਲਈ ਮਜਬੂਰ ਹੋ ਗਏ, ਪਰ ਜਦੋਂ ਸਮਾਂ ਆਇਆ, ਉਹ ਕਲਗੀਆਂ ਦਾ ਪਾਤਸ਼ਾਹ, ਉਹਦਾ ਜਿਗਰਾ ਕਿੱਡਾ ਹੋਵੇਗਾ ਕਿ ਸਾਰੇ ਔਗਣ ਨਾ ਚਿਤਾਰਦਾ ਹੋਇਆ ਬਖਸ਼ ਦਿੰਦਾ ਹੈ। ਅੱਜ ਦਾ ਦਿਨ ਇਹ ਬਖਸ਼ਾਂ ਭਰਿਆ ਉਹਨਾਂ ਸ਼ਹੀਦਾਂ ਦੀ ਯਾਦਗਾਰ ਦਾ ਦਿਨ ਹੈ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਭੁੱਲਿਆਂ ਨੂੰ ਦੁਬਾਰਾ ਬਖਸ਼ਿਆ। ਅਤੇ ਇਹ ਇਤਿਹਾਸ ਸਰਵਣ ਕਰਾਉਣ ਵਾਸਤੇ ਹਮੇਸ਼ਾ ਦੀ ਤਰ੍ਹਾਂ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਹਾਜ਼ਰ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਿਛਲੇ ਹਫ਼ਤੇ ਇਤਿਹਾਸ ਸਰਵਣ ਕਰਾਉਂਦੇ ਆਪਾਂ ਉੱਥੇ ਪਹੁੰਚੇ ਸਾਂ, ਚਮਕੌਰ ਸਾਹਿਬ ਤੋਂ ਲੱਗ ਕੇ ਢਿਲਮੀ। ਕਲਗੀਧਰ ਪਾਤਸ਼ਾਹ ਜੀ ਕਿੱਦਾਂ ਢਿਲਮੀ ਪਹੁੰਚੇ, ਅਤੇ ਹੁਣ ਢਿਲਮਾਂ ਤੋਂ ਆਪਾਂ ਅਗਾਂਹ ਤੁਰਨਾ ਹੈ ਅੱਜ ਦੇ ਮੁਕਾਮ ਦੇ ਉੱਤੇ। ਤੇ ਕਰੋ ਕਿਰਪਾ, ਕਿੱਥੋਂ ਸ਼ੁਰੂ ਕਰਨਾ ਹੈ ਤੁਸੀਂ? ਕੋਟਕਪੂਰੇ ਤੋਂ ਹੋ ਕੇ ਚੌਧਰੀ ਕਪੂਰਾ ਜਿਹੜਾ ਬਰਾੜ ਜੱਟ ਹੈ, ਹਾਂਜੀ, ਉਹਦੇ ਕੋਲੋਂ ਹੋ ਕੇ ਢਿਲਮੀ ਕਲਾ ਪਹੁੰਚੇ, ਜਿੱਥੇ ਸੋਢੀ ਕੌਲ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਪਿਰਥੀ ਚੰਦ ਦੇ ਪਰਿਵਾਰ ਦੇ ਵਿੱਚੋਂ। ਤੇ ਇੱਥੇ ਹੀ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ 7-8 ਹਜ਼ਾਰ ਦੀ ਪੂਰੀ ਸਿੱਖੀ ਹੋਈ ਫੌਜ ਲੈ ਕੇ ਆ ਰਿਹਾ ਹੈ ਜੀ। ਤੇ ਚੌਧਰੀ ਕਪੂਰੇ ਦੀ ਸਲਾਹ ਦੇ ਨਾਲ ਗੁਰੂ ਸਾਹਿਬ ਨੇ ਢਿਲਮਾਂ ਕਲਾਂ ਤੋਂ ਖਦਰਾਣੇ ਦੀ ਢਾਬ ਵੱਲ ਦਾ ਰੁਖ ਕੀਤਾ ਹੈ। ਢਿਲਮਾਂ ਤੋਂ ਰਾਮੇਵਾਲ, ਰਾਮੇਵਾਲ ਤੋਂ ਰੂਪੇਵਾਲ ਤਕਰੀਬਨ 6 ਮੀਲ ਹੈ, ਤੇ ਰੂਪੇਵਾਲ ਤੋਂ ਤਕਰੀਬਨ 3 ਮੀਲ ਤੇ ਆ ਉਹ ਜਗ੍ਹਾ ਜਿਹੜੀ ਖਦਰਾਣੇ ਦੀ ਢਾਬ ਹੈ। ਸ਼ਾਇਦ ਦਰਸ਼ਕਾਂ ਨੂੰ ਬਹੁਤਿਆਂ ਨੂੰ ਨਾ ਪਤਾ ਹੋਵੇ, ਢਾਬ ਦਾ ਮਤਲਬ ਹੁੰਦਾ ਇੱਕ ਪਾਣੀ ਦਾ ਤਲਾਅ, ਜਿੱਥੇ ਪਾਣੀ ਜਮ੍ਹਾਂ ਹੁੰਦਾ ਹੈ। ਇਹ ਮਾਲਵੇ ਦੀ ਧਰਤੀ ਜਿੱਥੇ ਗਰਮੀ ਬੜੀ ਪੈਂਦੀ ਹੈ, ਕਈ ਮੀਲਾਂ ਤੱਕ ਪੀਣ ਵਾਲਾ ਪਾਣੀ ਨਹੀਂ ਮਿਲਦਾ, ਤੇ ਕਪੂਰੇ ਬਰਾੜ ਦੇ ਕਹਿਣ ਦੇ ਉੱਤੇ, ਉਹਦੀ ਸਲਾਹ ਦੇ ਨਾਲ ਗੁਰੂ ਸਾਹਿਬ ਨੇ ਇਸ ਪਾਣੀ ਦੀ ਜਿਹੜੀ ਸੋਰਸ, ਪਾਣੀ ਦਾ ਜਿਹੜਾ ਸੀ ਤਰੀਕਾ, ਜਗ੍ਹਾ ਸੀ ਜਿਹੜੀ ਸਰੋਤ, ਉਹਦੇ ਕੰਢੇ ਦੇ ਉੱਤੇ ਲੜਾਈ ਕਰਨ ਵਾਸਤੇ ਤਿਆਰੀ ਕੀਤੀ। ਤੇ ਉਹ ਖਦਰਾਣੇ ਦੀ ਢਾਬ ਸੀ ਉਹ, ਜਿਹਦੇ ਆਸ-ਪਾਸ 2 ਟਿੱਬੇ ਸਨ। ਗੁਰੂ ਸਾਹਿਬ ਨੇ ਉਹਨਾਂ ਦੋਹਾਂ ਨੂੰ ਮੱਲ ਕੇ ਆਪਣੀਆਂ ਫੌਜਾਂ ਸਿੰਘਾਂ ਨੂੰ ਬਿਠਾਤਾ, ਇੱਕ ਤੇ ਆਪ ਬੈਠ ਗਏ, ਤੇ ਝਾੜੀਆਂ ਦੇ ਉੱਤੇ ਆਪਣੇ ਕਛਹਿਰੇ, ਚੋਲੇ, ਵਾਧੂ ਕੱਪੜੇ ਪਾ ਦਿੱਤੇ। ਜੰਡ ਤੇ ਕਰੀਰਾਂ ਦੀਆਂ ਝਾੜੀਆਂ ਸਨ ਉਸ ਇਲਾਕੇ ਦੇ ਵਿੱਚ, ਤਾਂ ਕਿ ਦੇਖਣ ਵਾਲਿਆਂ ਨੂੰ ਇਵੇਂ ਲੱਗੇ ਵੀ ਬਹੁਤ ਵੱਡੀ ਫੌਜ ਨੇ ਕੈਂਪ ਲਾਇਆ ਹੋਇਆ। ਤੇ ਉਸ ਵੇਲੇ ਤੱਕ ਗੁਰੂ ਸਾਹਿਬ ਦੇ ਕੋਲ ਤਕਰੀਬਨ 500 ਲੜਾਕੇ ਸਿੰਘ ਆ ਚੁੱਕੇ ਨੇ। ਤੇ ਭਾਈ ਸਾਹਿਬ ਜੀ, ਖਾਸ ਕਰਕੇ ਜਿਹੜੇ ਇੱਥੇ ਜੰਮਪਲ ਨੇ ਜਾਂ ਨਵੇਂ ਨੌਜਵਾਨ, ਉਹਨਾਂ ਵਾਸਤੇ ਉਸ ਸਮੇਂ ਦਾ ਕਿ ਕਿਹੋ ਜਿਹਾ ਮਾਹੌਲ ਸੀ? ਉਹ ਅੱਜ ਦੇਖਦੇ ਨੇ ਵੀ ਨਹਿਰਾਂ ਵਗਦੀ ਨੇ, ਪਾਣੀ ਉਸ ਵੇਲੇ ਕਿਹੋ ਜਿਹਾ ਸੀ? ਰੇਤਾ ਉੜਦੀ ਸੀ, ਲੋਆਂ ਵਗਦੀਆਂ ਸੀ, ਵਿਸਾਖ ਦਾ ਮਹੀਨਾ ਸੀ ਇਹ। ਹਾਂ, ਤੇ ਪਾਣੀ 30-30 ਮੀਲ, 10-10 ਮੀਲ ਤੱਕ ਪੀਣ ਨੂੰ ਪਾਣੀ ਨਹੀਂ ਲੱਭਦਾ ਸੀ, ਤੇ ਲੋਕੀ ਇਸ ਰਸਤੇ ਨਹੀਂ ਜਾਂਦੇ ਹੁੰਦੇ ਸੀ। ਪੋਲੀ ਉੜਦੀ ਹੁੰਦੀ ਸੀ, ਕੰਡਿਆਂ ਵਾਲੀ ਬੂਟੀ ਸੁੱਕੀ ਹੋਈ, ਜਿਹੜੀ ਜਦੋਂ ਕਿਤੇ ਬਰਸਾਤਾਂ ਨੂੰ ਮਾੜਾ ਮੋਟਾ ਮੀਂਹ ਪੈਂਦਾ ਸੀ ਤੇ ਉੱਗ ਪੈਂਦੀ ਸੀ, ਤੇ ਮਗਰੋਂ ਉੜ ਕੇ ਤੇ ਉੜਦੀ ਸੀ। ਕਿਤੇ ਮੀਲਾਂ ਤੱਕ ਛਾਂ ਨਹੀਂ ਲੱਭਦੀ ਸੀ। ਐਸਾ ਉਹ ਭਿਆਨਕ ਇੱਕ ਕਿਸਮ ਦਾ ਜਗ੍ਹਾ ਸੀ। ਕੋਈ ਰਾਹ ਖੇੜਾ ਨਹੀਂ ਸੀ, ਕੋਈ ਰਸਤਾ ਨਹੀਂ ਸੀ, ਕੋਈ ਕੁਛ ਨਹੀਂ ਸੀ। ਔਰ ਉਹਦੇ ਵਿਚਕਾਰ ਕੁਦਰਤ ਨੇ ਇਹ ਪਾਣੀ ਦੀ ਢਾਬ ਤਿਆਰ ਕੀਤੀ ਹੋਈ ਹੈ, ਬਣਾਈ ਹੋਈ ਹੈ, ਜਿਹਦੇ ਉੱਤੇ ਗੁਰੂ ਸਾਹਿਬ ਨੇ ਆਪਣਾ ਕੈਂਪ ਉਹਦੇ ਆਲੇ ਦੁਆਲੇ ਲਗਾ ਲਿਆ। ਤੇ ਪਿੱਛੇ ਆਉਣ ਵਾਲੀ ਫੌਜ ਵਜ਼ੀਰ ਖਾਨ ਦੀ ਹੈ ਜਾਂ? ਉਹ ਵਜ਼ੀਰ ਖਾਨ ਦੀ ਹੈ।
ਵਜ਼ੀਰ ਖਾਂ ਆਪਣੀ ਨਮੋਸ਼ੀ ਦਾ ਬਦਲਾ ਲੈਣਾ ਚਾਹੁੰਦਾ ਹੈ। ਚਮਕੌਰ ਦੀ ਲੜਾਈ ਤੋਂ ਬਾਅਦ ਜਿਸ ਵੇਲੇ ਇਹ ਗੱਲ ਧੁੰਮ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਤਲ ਕਰ ਦਿੱਤਾ ਗਿਆ ਹੈ, ਤੇ ਬਹੁਤ ਸਾਰੇ ਲੋਕ ਉਸ ਭੀੜ ਨੂੰ ਛੱਡ ਕੇ ਆਪਣੇ ਆਪਣੇ ਠਿਕਾਣਿਆਂ ਨੂੰ ਚਲੇ ਗਏ। ਪਹਾੜੀ ਰਾਜੇ ਇਹ ਨਮੋਸ਼ੀ ਨਾ ਝੱਲ ਸਕੇ ਕਿ 10 ਲੱਖ ਦੇ ਘੇਰੇ ਵਿੱਚੋਂ ਗੁਰੂ ਕੱਲਾ ਸਾਬਤ ਸੂਰਤ ਜਿਉਂਦਾ ਜਾਗਦਾ ਨਿਕਲ ਗਿਆ। ਔਰੰਗਜ਼ੇਬ ਨੇ ਆਪਣੀ ਫੌਜ ਵਾਪਸ ਦਿੱਲੀ ਮੰਗਾ ਲਈ ਤੇ ਅਖੀਰ ਤੇ ਗੱਲ ਪੈ ਗਈ ਵਜ਼ੀਰ ਖਾਂ ਦੇ ਉੱਤੇ। ਤੇ ਵਜ਼ੀਰ ਖਾਂ ਇਹ ਸਮਝਦਾ ਸੀ ਕਿ ਮਾਲਵੇ ਦੇ ਵਿੱਚ ਇਹਨਾਂ ਨੂੰ ਗਿਆਨ ਨੂੰ ਕਿੱਥੇ ਜਾਣਗੇ ਦੌੜ ਕੇ ਇਹ, ਤੇ ਇਹ ਸਾਜ਼ਿਸ਼ ਕਰਕੇ ਆਇਆ ਕਿ ਮੈਂ ਅੱਜ ਗੁਰੂ ਨੂੰ ਜਿਉਂਦਾ ਪਕੜਨਾ ਹੈ। ਐਤਕੀ ਮੈਦਾਨੇ ਜੰਗ 'ਚ ਮਾਰਨਾ ਨਹੀਂ, ਜਿਉਂਦਾ ਪਕੜਨਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹ ਫੈਸਲਾ ਕਰ ਲਿਆ ਵੀ ਪਹਿਲਾਂ ਤਾਂ ਹੋਏ ਛਾਪਾਮਾਰ ਯੁੱਧ, ਜਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ, ਕਿਲਿਆਂ ਵਿੱਚੋਂ ਬਾਹਰ ਸਿੰਘ ਨਿਕਲਦੇ ਨੇ, ਛਾਪਾਮਾਰ ਲੜਾਈ ਲੜ ਕੇ ਆ ਜਾਂਦੇ ਨੇ, ਜਾਂ ਚਮਕੌਰ ਦੀ ਗੜੀ ਵਿੱਚ 40 ਨੇ ਤਾਂ 5-5 ਬਾਹਰ ਜਾਂਦੇ ਨੇ, ਲੜਦੇ ਨੇ, ਸ਼ਹੀਦ ਹੋ ਜਾਂਦੇ ਨੇ, ਫਿਰ ਅਗਲੇ 5 ਜਾਂਦੇ ਹੈ। ਤੇ ਇੱਥੇ ਇਸ ਲੜਾਈ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਫੈਸਲਾ ਕੀਤਾ ਲੱਗਦਾ ਹੈ ਕਿ ਹੁਣ ਵਜ਼ੀਰ ਖਾਂ ਨੂੰ ਆਮੋ ਸਾਹਮਣੇ ਖੁੱਲੇ ਮੈਦਾਨ ਦੇ ਵਿੱਚ ਉਹਦੇ ਨਾਲ 2 ਹੱਥ ਕਰਨੇ ਆ ਔਰ ਉਹਨੂੰ ਬੰਗਾਰਨਾ ਹੈ। ਔਰ ਇਵੇਂ ਹੀ ਹੋਇਆ ਇਸ ਲੜਾਈ 'ਚ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਇਹ ਅੰਤਮ ਲੜਾਈ ਹੈ, ਇਹ ਅਖੀਰਲੀ ਲੜਾਈ ਹੈ। ਸੋ ਇਹ ਸਮਾਂ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਅੱਜ ਮਿਡਲ ਈਸਟ ਵੱਲ ਨਜ਼ਰ ਮਾਰ ਲਓ, ਮਾਰੂ ਥਲ ਜਿੱਥੇ ਕੋਹਾਂ ਤੱਕ ਰੇਤਾ ਹੀ ਰੇਤਾ ਅਤੇ ਟੈਂਪਰੇਚਰ ਗਰਮੀਆਂ ਤੁਸੀਂ ਦੇਖਦੇ ਹੋ 40-50 ਤੱਕ ਪਹੁੰਚ ਜਾਂਦਾ 50 ਡਿਗਰੀ। ਉਹਦੇ ਵਿੱਚ ਲੜਾਈ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੰਘ, ਇਹ ਨਹੀਂ ਵੀ ਦੂਸਰੇ ਉਹ ਹਾਲੇ ਰਿਸ਼ ਪੁਸ਼ ਜਾਂ ਖੁਰਾਕਾਂ ਖਾਧੀਆਂ ਸਨ, ਲੜਦੇ ਤਾਂ ਆ ਰਹੇ ਸੀ। ਔਰ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਇੱਕ ਫੈਸਲਾਕੁਨ ਲੜਾਈ ਵਜ਼ੀਰ ਖਾਂ ਦੇ ਨਾਲ ਲੜਨ ਦਾ ਮਨ ਬਣਾ ਕੇ ਇੱਥੇ ਤਿਆਰੀ ਕੀਤੀ। ਜਿਹੜੀ ਤੁਸੀਂ ਗੱਲ ਕੀਤੀ ਨਾ ਟੁੱਟੀ ਗੰਢਣ ਵਾਲੀ, ਹਾਂਜੀ, ਇਹਦੇ ਸੰਬੰਧ ਵਿੱਚ ਤੁਸੀਂ ਕੁਝ? ਮੈਂ ਉਹ ਪੁੱਛਣਾ ਸੀ ਕਿ ਤੁਸੀਂ ਇਤਿਹਾਸ ਥੋੜਾ ਪਿੱਛੇ ਲਿਜਾਓ। ਹਾਂਜੀ, ਕਿੱਥੋਂ ਇਹ ਗੱਲ ਸ਼ੁਰੂ ਹੋਈ ਸੀ? ਇਹ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰੇ ਪਏ ਹੋਏ ਸਨ, ਤੇ ਉਸ ਵੇਲੇ ਜ਼ਿਆਦਾ ਸਿੰਘ ਜਿਹੜੇ ਗੁਰੂ ਸਾਹਿਬ ਦੇ ਨਾਲ ਸਨ ਉਹ ਦੁਆਬੇ ਦੇ ਤੇ ਮਾਝੇ ਦੇ ਸਨ, ਮਜੈਲ। ਠੀਕ ਹੈ। ਤੇ ਉਸੇ ਵੇਲੇ ਹੀ ਗੁਰੂ ਘਰ ਦਾ ਇੱਕ ਬਹੁਤ ਸਤਿਕਾਰਿਆ ਹੋਇਆ ਮੰਜੀਦਾਰ ਮਸੰਦ ਭਾਈ ਸਾਲੋ, ਉਹਨਾਂ ਦਾ ਪੋਤਰਾ ਮਹੰਤ ਦੁਨੀ ਚੰਦ, ਠੀਕ ਹੈ, ਉਹ ਅਨੰਦਪੁਰ ਸਾਹਿਬ ਦੇ ਵਿੱਚ ਸੀ। ਔਰ ਉਹਨੂੰ 500 ਸਿੰਘਾਂ ਦਾ ਜਰਨੈਲ ਥਾਪਿਆ ਸੀ ਗੁਰੂ ਸਾਹਿਬ ਨੇ। ਤੇ ਅਗੰਮਪੁਰਾ ਜਿਹੜਾ ਅਨੰਦਪੁਰ ਸਾਹਿਬ ਦੇ ਬਾਹਰ ਏਰੀਆ ਹੈ, ਜਦੋਂ ਆਪਾਂ ਗੜ੍ਹ ਸ਼ੰਕਰ ਆਉਣੇ ਤਾਂ ਉੱਥੇ ਫਾਟਕ ਲੰਘ ਕੇ ਆਉਂਦਾ ਹੈ, ਉੱਥੇ ਦੇ ਕਿਲੇ ਦਾ ਇਹਨੂੰ ਕਿਲੇਦਾਰ ਥਾਪਿਆ ਸੀ। ਠੀਕ ਹੈ। ਜਦੋਂ ਪਹਾੜੀ ਰਾਜਿਆਂ ਦਾ ਕੇਸਰੀ ਚੰਦ ਨੇ ਹਾਥੀ ਮਸਤਿਆ ਛੱਡਣਾ ਸੀ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਗੁਰੂ ਸਾਹਿਬ ਨੇ ਆਖਤਾ ਪਹਾੜੀ ਰਾਜਿਆਂ ਦੇ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ, ਕਿਉਂਕਿ ਦੁਨੀ ਚੰਦ ਬਹੁਤ ਰਿਸ਼ਟ-ਪੁਸ਼ਟ ਸੀ, ਖੁਰਾਕ ਬੜੀ ਖਾਂਦਾ ਸੀ, ਸਿਹਤਮੰਦ ਬਹੁਤ ਸੀ। ਤੇ ਉਹਨੂੰ ਲੱਗਾ ਦੁਨੀ ਚੰਦ ਨੂੰ, ਉਹਦਾ ਵਿਚਾਰ, ਉਹਦਾ ਜਿਹੜਾ ਵਿਸ਼ਵਾਸ ਸੀ ਗੁਰੂ ਤੋਂ ਡੋਲ ਗਿਆ। ਉਹਨੂੰ ਲੱਗਾ ਵੀ ਗੁਰੂ ਨੇ ਤਾਂ ਮੈਨੂੰ ਹਾਥੀ ਕੋਲੋਂ ਮਰਵਾ ਦੇਣਾ ਹੈ। ਉਹ ਆਪਣੇ, ਕਿਉਂਕਿ ਇਹ ਜਿਹੜਾ ਦੁਨੀ ਚੰਦ ਸੀ ਇਹ ਝਬਾਲ ਦਾ ਰਹਿਣ ਵਾਲਾ ਸੀ, ਪੱਟੀ ਪਰਗਣੇ ਦੀ ਸ਼ਹਿਰ ਝਬਾਲ, ਜਿੱਥੇ ਬਹੁਤ ਸਾਰੇ ਇਤਿਹਾਸਕ ਸ਼ਖਸੀਅਤਾਂ ਪੈਦਾ ਹੋਈਆਂ, ਉੱਥੇ ਦਾ ਰਹਿਣ ਵਾਲਾ ਸੀ। ਤੇ ਮਾਝੇ ਦੇ ਆਪਣੇ ਨਾਲ ਕੁਝ ਹੋਰ ਸਰਦਾਰਾਂ ਨੂੰ ਨਾਲ ਲੈ ਕੇ ਕਿਲੇ ਦੀ ਕੰਧ ਟੱਪ ਕੇ ਰਾਤੋਂ ਰਾਤ ਦੌੜ ਕੇ ਆਪਣੇ ਪਿੰਡ ਆ ਗਿਆ ਸੀ, ਤੇ ਪਿੰਡ ਆ ਕੇ ਸੱਪ ਲੜ ਕੇ ਮਰ ਗਿਆ ਸੀ। ਤੇ ਹਾਥੀ ਦਾ ਮੁਕਾਬਲਾ ਦੂਸਰੇ ਦਿਨ ਭਾਈ ਬਚਿੱਤਰ ਸਿੰਘ ਨੇ ਨਾਗਣੀ ਵਰਸ਼ੇ ਨਾਲ ਕੀਤਾ ਸੀ, ਤੇ ਹਾਥੀ ਨੂੰ ਭਾਜਣਾ ਪਾਤੀਆਂ ਸੀ। ਇਹ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ। ਤੇ ਦੁਨੀ ਚੰਦ ਦਾ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਚੋਰਾਂ ਵਾਂਗੂ ਭੱਜ ਕੇ ਆ ਜਾਣ ਦੇ ਨਾਲ ਸਾਰਾ ਹੀ ਜਿਹੜਾ ਮਾਝਾ ਸੀ ਉਹ ਇਸ ਗੱਲ ਦੀ ਨਾਮੋਸ਼ੀ ਮੰਨਦਾ ਸੀ। ਇੱਕ ਇਹ ਸਨ। ਦੂਸਰੇ, ਜਿਸ ਵੇਲੇ ਪਰਿਵਾਰ ਵਿਛੋੜਾ ਹੋਇਆ ਸਰਸਾ ਦੇ ਕੰਢੇ, ਜਿਸ ਵੇਲੇ 7 ਪੋਹ ਦੀ ਰਾਤ ਨੂੰ ਸਰਸਾ ਪਾਰ ਕੀਤੀ ਹੈ, ਉੱਥੇ ਸਰਸਾ 'ਚ ਹੜ੍ਹ ਦੇ ਕਾਰਨ ਬਹਾ ਦੇ ਕਰਕੇ ਸਿੰਘ ਦੂਰ ਦੂਰ ਤੱਕ ਨਿਕਲ ਗਏ। ਤਕਰੀਬਨ 500 ਸਿੰਘ ਸੀ, ਜਿਨ੍ਹਾਂ ਵਿੱਚੋਂ ਸਿਰਫ 40 ਗੁਰੂ ਸਾਹਿਬ ਦੇ ਨਾਲ ਰਹਿ ਸਕੇ, ਬਾਕੀ ਖਿਲਰ ਗਏ। ਤੇ ਖਿਲਰੇ ਹੋਏ ਗੁਰੂ ਸਾਹਿਬ ਦੀ ਭਾਲ 'ਚ ਨਿਕਲਦਿਆਂ ਨੂੰ ਇਹ ਖਬਰ ਮਿਲ ਗਈ ਕਿ ਗੁਰੂ ਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ। ਤੇ ਉਹ ਇਸ ਖਬਰ ਨੂੰ ਲੈ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਕੁਝ ਦਿਨਾਂ ਬਾਅਦ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ, ਇਸ ਗੱਲ ਦੀਆਂ ਖਬਰਾਂ ਆਈਆਂ, ਭਾਈ ਚਮਕੌਰ ਦੀ ਗੜੀ ਵਿੱਚ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 40 ਸਿੰਘ ਸ਼ਹੀਦ ਹੋ ਗਏ,
ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ। ਜੀ ਜਦੋਂ ਇਹ ਖਬਰਾਂ ਮਾਝੇ ਦੇ ਪਿੰਡਾਂ ਵਿੱਚ ਪਹੁੰਚੀਆਂ ਤੇ ਉਹ ਜਿਹੜੇ ਸਿੰਘ ਉੱਥੋਂ ਆ ਗਏ ਸਨ ਵੱਖਰੇ ਹੋ ਕੇ, ਉਹਨਾਂ ਦੀ ਜਿਹੜੀ ਦਸ਼ਾ ਸੀ ਉਹ ਬੜੀ ਕਸੂਤੀ ਸੀ ਵੀ ਜਿਸ ਵੇਲੇ ਗੁਰੂ ਸਾਹਿਬ ਦੇ ਨਾਲ ਸਾਨੂੰ ਹੋ ਕੇ ਸ਼ਹੀਦ ਹੋਣਾ ਚਾਹੀਦਾ ਸੀ, ਅਸੀਂ ਉੱਥੇ ਨਾਲ ਨਹੀਂ ਸੀ, ਕਿਉਂਕਿ ਮਨ ਦੇ ਵਿੱਚ ਉਹ ਜਿਹੜੀ ਪਿਆਰ ਦੀ ਤਾਂਘ ਹੈ, ਤੜਫ ਹੈ ਜਿਹੜੀ, ਉਹ ਤਾਂ ਕਾਇਮ ਹੈ। ਫਿਰ ਦੂਸਰੇ ਪਾਸੇ ਜਿਹੜੀ ਪੱਟੀ ਪਰਗਣਾ ਸੀ, ਇਹਨੂੰ ਉਸ ਵੇਲੇ 9 ਲੱਖੀ ਪੱਟੀ ਕਿਹਾ ਜਾਂਦਾ ਹੁੰਦਾ ਸੀ। ਇੱਥੇ ਦਾ ਜਿਹੜਾ ਮਾਲੀਆ ਸੀ ਉਹ 9 ਲੱਖ ਸੀ। ਠੀਕ ਹੈ। 3 ਪਰਿਵਾਰ ਸਨ ਬਹੁਤ ਅਮੀਰ, ਔਰ ਉਹਨਾਂ 3 ਪਰਿਵਾਰ ਜਿਹੜੇ ਸਨ 3-3 ਲੱਖ ਦਾ ਮਾਲੀਆ ਸਰਕਾਰ ਨੂੰ ਦਿੰਦੇ ਹੁੰਦੇ ਸਨ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਸਾਹਿਬ ਇੱਧਰੋਂ ਦੀ ਹੋ ਕੇ ਹੁਣ ਢਲਵੀਂ ਆ ਗਏ ਨੇ, ਕੋਟਕਪੂਰੇ ਤੋਂ ਹੋ ਕੇ, ਤੇ ਇਹਨਾਂ ਨੇ ਸੋਚਿਆ ਕਿ ਬਹੁਤ ਨੁਕਸਾਨ ਹੋ ਗਿਆ। ਸੂਬਾ ਲਾਹੌਰ ਦੇ ਨੇੜੇ ਰਹਿਣ ਵਾਲੇ ਸਨ, ਸਰਕਾਰੇ ਦਰਬਾਰੇ ਨੇੜਤਾ ਰੱਖਦੇ ਸਨ। ਇਹ ਜਿਹੜੀ ਗੱਲ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਨਾ ਡਾਕਟਰ ਸਾਹਿਬ, ਇਹ ਪਹਿਲਾਂ ਬਹੁਤ ਘੱਟ ਆਈ ਹੈ। ਇਹ ਅੱਜ ਦੀ ਅਜੋਕੀ ਭੱਟਵਈਆਂ ਦੀ ਜਿਹੜੀ ਖੋਜ ਹੈ ਉਹਦੇ ਵਿੱਚੋਂ ਇਹ ਗੱਲ ਸਪਸ਼ਟ ਹੋ ਕੇ ਆਈ ਹੈ ਜੀ। ਭਈ ਉਹ ਲੋਕਾਂ ਨੇ, ਉਹ ਸਿਆਣੇ ਸਿੱਖ ਸਨ, ਉਹਨਾਂ ਨੇ ਸੋਚਿਆ ਵੀ ਗੁਰੂ ਸਾਹਿਬ ਦਾ ਸੂਬਾ ਲਾਹੌਰ ਦੇ ਨਾਲ ਸਮਝੌਤਾ ਕਰਵਾ ਦਿੱਤਾ ਜਾਏ। ਠੀਕ ਹੈ। ਤੇ ਉਹ ਪੱਟੀ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਗੁਰੂ ਸਾਹਿਬ ਨੂੰ ਮਿਲਣ ਵਾਸਤੇ, ਸਮਝੌਤਾ ਕਰਾਉਣ ਵਾਸਤੇ, ਮਨਾਉਣ ਵਾਸਤੇ ਜਾਂਦੇ ਆ। ਇਹ ਤਕਰੀਬਨ ਪਿੰਡਾਂ ਚੌਧਰੀ ਸੀ, ਚੌਧਰੀ ਜਿਹੜੇ ਸੀ, ਤੇ ਉਹਨਾਂ ਦੇ ਨਾਲ ਹੀ ਜਾਂਦੇ ਨੇ ਉਹ ਲੋਕ, ਉਹ ਮਝੈਲ ਜਿਹੜੇ ਉੱਥੋਂ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਸਰਸਾ ਪਾਰ ਕਰਦਿਆਂ ਵਿਛੜ ਗਏ ਸਨ, ਉਹ ਵੀ ਨਾਲ ਤੁਰਦੇ ਨੇ। ਤੇ ਉਹਨਾਂ ਨਾਲ ਹੀ ਤੁਰਦੀ ਹੈ ਭਾਗ ਕੌਰ, ਮਾਤਾ ਭਾਗ ਕੌਰ, ਜਿਹਦਾ ਬਚਪਨ ਦਾ ਨਾਂ ਭਾਗ ਭਰੀ ਸੀ, ਝਵਾਲ ਪਿੰਡ ਦੀ ਰਹਿਣ ਵਾਲੀ ਸੀ, ਤੇ 9ਵੇਂ ਸਤਿਗੁਰੂ ਜੀ ਦੇ ਸਿੱਖ ਭਾਈ ਲੰਘਾ ਦੇ ਭਰਾ ਪੈਰੋ ਸ਼ਾਹ ਦੀ ਪੋਤਰੀ ਸੀ। ਠੀਕ ਹੈ। ਝਵਾਲ ਤੋਂ ਉਹ ਚੱਲੀ, ਉਹਦਾ ਭਰਾ ਚੱਲਿਆ, ਉਹਦਾ ਪਰਿਵਾਰ ਚੱਲਿਆ, ਤੇ ਉਹ ਲੋਕ ਚੱਲੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਆਪਾ ਕੁਰਬਾਨ ਕਰਨਾ ਸੀ। ਨਾਲ ਉਹ ਲੋਕ ਵੀ ਗਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ ਬਾਬਾ ਖੁਸ਼ਹਾਲ ਸਿੰਘ ਭੱਲਾ ਜੀ, ਉਹ ਆਪਣੇ 2 ਪੁੱਤਾਂ ਨੂੰ, ਸਰੂਪ ਸਿੰਘ ਤੇ ਅਨੂਪ ਸਿੰਘ ਨੂੰ ਨਾਲ ਲੈ ਕੇ ਉੱਥੇ ਗਿਆ। ਇਹਨਾਂ ਦਾ ਇਕੱਠ ਤਕਰੀਬਨ 40 ਸਿੰਘਾਂ ਦਾ ਹੋਇਆ। ਮੁਖੀ ਸਿੰਘ ਸਨ। ਇਹਨਾਂ ਨੇ ਜਾ ਕੇ ਉੱਥੇ ਢਾਬ ਤੇ ਗੁਰੂ ਸਾਹਿਬ ਨੂੰ, ਚੌਧਰੀਆਂ ਨੇ ਇਹ ਹਦਾਇਤ, ਇਹ ਸਲਾਹ ਦਿੱਤੀ ਕਿ ਤੁਹਾਨੂੰ ਹਕੂਮਤ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ। ਹੁਣ ਬਹੁਤ ਨੁਕਸਾਨ ਹੋ ਗਿਆ, ਤੁਹਾਨੂੰ ਸਾਰਾ ਕੁਝ ਤਬਾਹ ਹੋ ਗਿਆ, ਅਨੰਦਪੁਰ ਸਾਹਿਬ ਢਾਹ ਦਿੱਤਾ, ਉਹਨਾਂ ਛੱਡਣਾ ਪੈ ਗਿਆ, ਸਮਝੌਤਾ ਕਰ ਲਓ ਤੁਸੀਂ ਹਕੂਮਤ ਨਾਲ। ਤੇ ਭੱਟਵਈਆਂ ਇਹ ਹਵਾਲੇ ਦਿੰਦੀਆਂ ਕਿ ਗੁਰੂ ਸਾਹਿਬ ਨੇ ਪੁੱਛਿਆ, ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਸੀ, ਉਦੋਂ ਤੁਸੀਂ ਸਮਝੌਤੇ ਵਾਲੇ ਕਿੱਥੇ ਗਏ ਸੋ? ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ, ਸਿੰਘਾਂ ਨੂੰ ਸ਼ਹੀਦ, ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਦੋਂ ਕਿੱਥੇ ਸੋ? ਜਦੋਂ ਦੁੱਧ ਪੀਂਦੇ ਬੱਚਿਆਂ ਨੂੰ ਤੇ ਸਿੰਘਾਂ ਨੂੰ, ਭੁੱਖੇ ਧਿਆਇਆਂ ਨੂੰ ਕਤਲ ਕੀਤਾ ਜਾ ਰਿਹਾ ਸੀ, ਉਦੋਂ ਤੁਹਾਡਾ ਸਮਝੌਤਾ ਕਿੱਥੇ ਗਿਆ ਸੀ? ਅਸੀਂ ਨਹੀਂ ਸਮਝੌਤਾ ਕਰਨਾ, ਜਾਓ ਦੌੜ ਜਾਓ ਇੱਥੋਂ। ਤੇ ਉਹਨਾਂ ਚੌਧਰੀਆਂ ਨੇ, ਚੌਂ ਨੇ ਇਹ ਆਖਿਆ, ਅਸੀਂ ਸੂਬਾ ਲਾਹੌਰ ਦੇ ਨੇੜੇ ਰਹਿਣ ਵਾਲੇ ਹਾਂ, ਅਸੀਂ ਲੜਾਈ ਝਗੜਾ ਨਹੀਂ ਮੁੱਲ ਲੈ ਸਕਦੇ। ਜੇ ਤੁਸੀਂ ਲੜਾਈ ਝਗੜਾ ਕਰਨਾ ਹੈ ਤੇ ਅਸੀਂ ਤੁਹਾਡੇ ਨਾਲ ਨਹੀਂ ਨਿਭ ਸਕਦੇ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜੇ ਇਹ ਗੱਲ ਹੈ ਤੇ ਲਿਖ ਕੇ ਵਿਦਾਵਾ ਦੇ ਦਿਓ। ਔਰ ਭੱਟਵਈਆਂ ਦੇ ਹਵਾਲਿਆਂ ਦੇ ਮੁਤਾਬਕ ਇੱਕ ਐਸੀ ਚਿੱਠੀ ਲਿਖੀ ਗਈ ਔਰ ਉਹਦੇ ਉੱਤੇ 4 ਚੌਧਰੀਆਂ ਦੇ ਸਾਈਨ ਹੈ, ਔਰ ਉਹ ਆਪਣੇ ਸਾਈਨ ਕਰਕੇ ਵਿਦਾਵੇ ਦੀ ਚਿੱਠੀ ਗੁਰੂ ਸਾਹਿਬ ਨੂੰ ਦੇ ਕੇ, ਇਹ ਤੀਸਰਾ ਥਾਟ ਹੋ ਗਿਆ, ਚਿੱਠੀ ਦੇ ਕੇ ਵਾਪਸ ਜਾਂਦੇ ਨੇ, ਮਾਝੇ ਨੂੰ ਵਾਪਸ ਤੁਰ ਪਏ ਨੇ। ਨਾਲ ਹੀ ਬਾਕੀ ਜਿਹੜੀ ਬਹੀਰ ਉਹਨਾਂ ਦੇ ਨਾਲ ਹੈ ਉਹ ਵੀ ਵਾਪਸ ਤੁਰ ਪਈ ਹੈ। ਤੇ ਉਧਰੋਂ ਕੋਟਕਪੂਰੇ ਤੋਂ ਵਜ਼ੀਰ ਖਾਂ ਆਪਣੀ 8000 ਫੌਜ ਲੈ ਕੇ ਕਪੂਰੇ ਨੂੰ ਨਾਲ ਲੈ ਕੇ ਆਪਣੇ ਨਾਲ ਖਦਰਾਣੇ ਦੀ ਢਾਬ ਨੂੰ ਘੇਰਾ ਪਾਉਣ ਦਾ ਯਤਨ ਕਰਨ ਲੱਗਾ ਹੈ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਨੇ ਹਮਲਾ ਕਰ ਦਿੱਤਾ ਹੈ, ਇਹ 40 ਦੇ 40 ਮਾਤਾ ਭਾਗ ਕੌਰ ਸਮੇਤ ਇਹਨਾਂ ਨੂੰ, ਜਦੋਂ ਇਹਨਾਂ ਨੂੰ ਪਤਾ ਲੱਗਾ ਹੈ ਵੀ ਉਹਨਾਂ ਨੇ, ਵਜ਼ੀਰ ਖਾਂ ਨੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਹੈ, ਤੇ ਬਾਬਾ ਖੁਸ਼ਹਾਲ ਸਿੰਘ ਭੱਲੇ ਨੇ ਇਹਨਾਂ ਨੂੰ ਬੰਗਾਰਿਆ ਵੀ ਓਏ ਬਦਾਵੀਓ, ਉਹ ਗੁਰੂ ਨੇ ਤੁਹਾਨੂੰ ਮੌਕਾ ਦਿੱਤਾ ਹੈ ਆਪਣੇ ਨਾਲ ਜੋੜਨ ਦਾ, ਅੱਜ ਸਮਾਂ ਹੈ, ਅੱਜ 2-2 ਹੱਥ ਵਜ਼ੀਰ ਖਾਂ ਦੀਆਂ ਫੌਜਾਂ ਨਾਲ ਕਰਕੇ ਗੁਰੂ ਘਰ ਤੋਂ ਸੁਰਖਰੂ ਹੋ ਜਾਓ। ਕਿੱਥੇ ਜਾਓਗੇ ਇੰਨਾ ਮਾਲ ਧਨ ਬਚਾ ਕੇ ਤੁਸੀਂ? ਤੇ ਬਾਬਾ ਖੁਸ਼ਹਾਲ ਸਿੰਘ ਨੇ ਦਿੱਤਾ
ਲਲਕਾਰਾ ਮਾਰਿਆ। ਮਾਤਾ ਭਾਗਕੌਰ ਵੀ ਨਾਲ ਹੈ ਮਾਤਾ ਭਾਗਕੌਰ ਵੀ ਨਾਲ ਹੈ। ਗੁਰੂ ਸਾਹਿਬ ਇੱਕ ਟਿੱਬੇ ਤੇ ਬੈਠੇ ਤੀਰਾਂ ਦੇ ਨਾਲ ਹਮਲਾ ਕਰ ਰਹੇ ਨੇ। ਬਹੁਤੇ ਸਿੰਘਾਂ ਦੀ ਡਿਊਟੀ ਲੱਗੀ ਕਿ ਢਾਬ ਦੇ ਉੱਤੇ ਕਬਜ਼ਾ ਕਰਕੇ ਰੱਖਣਾ ਹੈ ਪਾਣੀ ਤੇ, ਤਾਂ ਕਿ ਵਜ਼ੀਰ ਖਾਂ ਦੀਆਂ ਫੌਜਾਂ ਨੂੰ ਪਾਣੀ ਨਾ ਮਿਲੇ। ਇੱਕ ਪਾਸੇ ਢਾਬ ਨੂੰ ਬਚਾਉਣ ਵਾਸਤੇ ਡਿਊਟੀ ਲੱਗੀ ਹੋਈ ਹੈ, ਇੱਕ ਪਾਸੇ ਗੁਰੂ ਸਾਹਿਬ ਟਿੱਲੇ ਤੇ ਬੈਠੇ ਤੀਰਾਂ ਦੇ ਨਾਲ ਹਮਲਾ ਕਰ ਰਹੇ ਨੇ, ਦੂਜੇ ਪਾਸੇ ਦੂਜੇ ਟਿੱਲੇ ਤੋਂ ਸਿੰਘ ਬਿਠਾਈ ਬੈਠੇ ਨੇ ਜਿਹੜੇ ਬੰਦੂਕਾਂ ਦੇ ਨਾਲ ਵਜ਼ੀਰ ਖਾਂ ਦੇ ਉੱਤੇ ਹਮਲਾ ਕਰਦੇ ਨੇ। ਤੇ ਇਧਰੋਂ ਇਹ 40 ਦੇ 40 ਜਿਹੜੇ ਪਹਿਲਾਂ ਬਦਾਵਾ ਦੇ ਕੇ ਛੱਡ ਕੇ ਚੱਲੇ ਸਨ, ਉਹਨਾਂ ਪਿੱਛੋਂ ਆ ਕੇ ਵਜ਼ੀਰ ਖਾਂ ਨੂੰ ਬੰਗਾਰਿਆ ਕਿ ਗੁਰੂ ਨੂੰ ਜਿਉਂਦਾ ਪਕੜਨ ਦਾ ਸੁਪਨਾ ਲੈਣ ਵਾਲਿਆ, ਪਹਿਲਾਂ ਸਾਡੇ ਨਾਲ ਤਾਂ 2-2 ਹੱਥ ਕਰਕੇ ਵੇਖ। ਔਰ ਦੋ ਪਾਸਿਆਂ ਤੋਂ ਜਦੋਂ ਵਜ਼ੀਰ ਖਾਂ ਦੀ ਫੌਜ ਦੇ ਉੱਤੇ ਹਮਲਾ ਹੋਇਆ, ਫਿਰ ਇਹ ਯੁੱਧ ਦਾ ਹਾਲ ਆਪਾਂ ਅੱਗੇ ਕਰਦੇ ਹਾਂ। ਜਿਹੜੀ ਤੁਸੀਂ ਗੱਲ ਆਖੀ ਹੈ ਕਿ ਚੌਧਰੀਆਂ ਦੀ, ਕਿ ਗੁਰੂ ਸਾਹਿਬ ਨੂੰ ਉਹ ਸਲਾਹ ਦੇਣ ਆਏ ਨੇ, ਸਿਆਣੇ ਬਣ ਕੇ ਆਏ ਨੇ, ਸਮਝੌਤਾ ਕਰਨ ਵਾਸਤੇ ਆਏ ਨੇ ਕਿ ਗੁਰੂ ਸਾਹਿਬ ਸਮਝੌਤਾ ਕਰ ਲਓ। ਤੇ ਗੁਰੂ ਸਾਹਿਬ ਨੇ ਉਸ ਵੇਲੇ ਖਰੀਆਂ ਸੁਣਾਈਆਂ ਤੇ ਉਹ ਅੰਦੋਲਨ ਆਖ ਕੇ ਆਪਾਂ ਬ੍ਰੇਕ ਲੈਣੀ ਹੈ ਕਿ ਇੱਕ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਬੰਗਾਰ ਕੇ ਆਖਦੇ ਨੇ ਕਿ ਮੈਨੂੰ ਨਹੀਂ ਪਰਵਾਹ ਕਿ ਪਿਤਾ ਮੇਰਾ ਸੁੱਖ ਸਿਰ ਦਾ ਮੇਰੀ ਸ਼ਾਨ ਨਾ ਰਹੀ, ਮੈਨੂੰ ਨਹੀਂ ਪਰਵਾਹ ਕਿ ਜੱਗ ਅੰਦਰ ਲਾਡ ਕਰਨ ਵਾਲੀ ਮੇਰੀ ਮਾਂ ਨਾ ਰਹੀ, ਮੈਨੂੰ ਨਹੀਂ ਪਰਵਾਹ ਕਿ ਮੇਰੇ ਪੁੱਤ ਮੋਏ ਮੇਰੀ ਸਾਂਝ ਵਾਲੀ ਲੰਮੀ ਲਾਂ ਨਾ ਰਹੀ, ਇਹ ਵੀ ਨਹੀਂ ਪਰਵਾਹ ਕਿ ਕਿਸੇ ਪਾਸੇ ਮੈਨੂੰ ਸਿਰ ਲਕਾਉਣ ਲਈ ਥਾਂ ਨਹੀਂ। ਪਰ ਜਿੰਨਾ ਚਿਰ ਜ਼ੁਲਮ ਨਹੀਂ ਬੰਦ ਹੁੰਦਾ, ਨਹੀਂ ਮਿਆਨੇ ਤੇ ਕੇ ਪਾਵਾਂਗਾ ਮੈਂ, ਪੰਥ ਉਤੋਂ ਸਭ ਕੁਛ ਕੁਰਬਾਨ ਕਰਕੇ ਆਖਰ ਜਾਨ ਦੀ ਬਾਜੀ ਵੀ ਲਾਵਾਂਗਾ ਮੈਂ। ਉਹ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰ ਰਹੇ ਹੋ। ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਉਸ ਤੋਂ ਉਪਰੰਤ ਦੁਬਾਰਾ ਫਿਰ ਜੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆਂ ਦਾ ਕਿਸ ਤਰ੍ਹਾਂ ਸਾਹਿਬਾਂ ਨੇ ਆਪਣੇ ਉਹਨਾਂ ਸਿੱਖਾਂ ਨੂੰ ਬਖਸ਼ਿਆ, ਅਤੇ ਇਹ ਸਾਹਿਬਾਂ ਦੀ ਆਖਰੀ ਲੜਾਈ ਹੈ ਯੁੱਧਾਂ ਦੇ ਵਿੱਚੋਂ, ਅਤੇ ਕਿਸ ਤਰ੍ਹਾਂ ਸਤਿਗੁਰੂ ਨੇ ਡਟ ਕੇ ਮੈਦਾਨ ਦੇ ਵਿੱਚ ਸਾਹਮਣਾ ਕਰਨ ਦਾ ਮਨ ਬਣਾ ਲਿਆ ਹੈ। ਉਹ ਹੈ ਲੜਾਈ ਖਦਰਾਣੇ ਦੀ ਢਾਬ ਦੀ। ਤੇ ਆਪਾਂ ਇੱਥੇ ਪਹੁੰਚੇ ਸਾਂ ਕਿ ਵਜ਼ੀਰ ਖਾਂ ਫੌਜ ਲੈ ਕੇ ਆ ਗਿਆ, ਪਿੱਛੋਂ 40 ਸਿੰਘਾਂ ਨੇ ਜਿਹੜੇ ਵਿਦਾਵੇ ਸਨ ਉਹਨਾਂ ਨੇ ਪਿਛਲੇ ਪਾਸੇ ਅਟੈਕ ਕੀਤਾ। ਉਧਰੋਂ ਕਲਗੀਧਰ ਪਾਤਸ਼ਾਹ ਟਿੱਬੀ ਤੇ ਬੈਠੇ ਨੇ ਉਧਰੋਂ, ਤੇ ਉਹ ਜੰਗ ਦਾ ਸੀਨ ਭਾਈ ਸਾਹਿਬ ਜੀ ਕਰੋ ਬਿਆਨ। ਪਾਣੀ ਦੀ ਢਾਬ ਦੇ ਉੱਤੇ ਕਬਜ਼ਾ ਕਰਨ ਵਾਸਤੇ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ, ਤੀਰਾਂ ਤੇ ਤਲਵਾਰਾਂ ਦੇ ਨਾਲ ਮੁਕਾਬਲਾ ਹੋ ਰਿਹਾ ਹੈ ਜੀ। ਦੋ ਪਾਸਿਆਂ ਤੋਂ ਤੀਰਾਂ, ਬੰਦੂਕਾਂ ਤੇ ਤਲਵਾਰਾਂ ਦੀ ਮਾਰ 'ਚ ਘਿਰਿਆ ਹੋਇਆ ਵਜ਼ੀਰ ਖਾਂ ਪਿਆਸਾ, ਕਿਉਂਕਿ ਇਹ ਵੀ ਇੱਕ ਯੁੱਧ ਨੀਤੀ ਹੁੰਦੀ ਹੈ ਕਿ ਦੁਸ਼ਮਣ ਨੂੰ ਲੜਾਈ ਦੇ ਮੈਦਾਨ 'ਚ ਕਮਜ਼ੋਰ ਕਿਵੇਂ ਕਰਨਾ ਹੈ। ਗਰਮੀ ਦੀ ਰੁੱਤੇ ਪੀਣ ਵਾਸਤੇ ਪਾਣੀ ਨਾ ਮਿਲੇ ਤੇ ਫੌਜ ਕਿੰਨਾ ਕੁ ਚਿਰ ਲੜ ਸਕਦੀ ਹੈ। ਦੂਸਰੇ ਪਾਸੇ ਝਾੜੀਆਂ ਤੇ ਪਾਏ ਹੋਏ ਨੇ ਕੱਪੜੇ, ਉਹ ਵਜ਼ੀਰ ਖਾਂ ਨੂੰ ਭੁਲੇਖਾ ਦੇ ਰਹੇ ਆ ਭਈ ਪਤਾ ਨਹੀਂ ਹਾਲੇ ਗੁਰੂ ਸਾਹਿਬ ਨੇ ਰਿਜ਼ਰਵ ਆਪਣੀ ਫੌਜ ਕਿੰਨੀ ਕੁ ਰੱਖੀ ਹੋਈ ਹੈ। ਤੇ ਵਜ਼ੀਰ ਖਾਂ ਦੇ ਨਾਲ ਆ ਕਪੂਰਾ ਚੌਧਰੀ, ਜਿਹੜਾ ਗੁਰੂ ਸਾਹਿਬ ਦਾ ਸ਼ਰਧਾਲੂ ਹੈ, ਉਹਨੂੰ ਵਜ਼ੀਰ ਖਾਂ ਨੇ ਆਪਣੇ ਨਾਲ ਰੱਖਿਆ ਇਲਾਕੇ ਦਾ ਹੋਣ ਕਰਕੇ। ਤੇ ਕਪੂਰਾ ਇੱਕ ਪਾਸੇ ਉਹਦੇ ਨਾਲ ਹੈ ਤੇ ਨਾਲ ਇਹ ਦੱਸੀ ਜਾ ਰਿਹਾ ਹੈ ਵੀ ਇੱਥੇ ਪਾਣੀ ਨਹੀਂ ਮਿਲਣਾ। ਉਹ ਵਜ਼ੀਰ ਖਾਂ ਪੁੱਛਦਾ ਕਿ ਪਾਣੀ ਪੀਣ ਨੂੰ ਕਿੱਥੋਂ ਮਿਲੂਗਾ, ਤੇ ਉਹ ਕਹਿੰਦਾ ਹੈ ਕਿ ਇੱਥੇ ਤਾਂ 30 ਕੋਹ ਤੇ ਪੀਣ ਨੂੰ ਪਾਣੀ ਨਹੀਂ ਮਿਲਦਾ, ਇੱਥੇ ਇਸ ਮਾਰੂਥਲ ਦੇ ਵਿੱਚ ਤੇਰੀ ਫੌਜ ਤਾਂ ਧਿਆਈ ਰਹਿ ਕੇ ਮਰ ਜਾਣੀ ਹੈ। ਦੋ ਪਾਸਿਆਂ ਤੋਂ ਮੁਕਾਬਲਾ ਹੋ ਰਿਹਾ ਤੇ ਵਜ਼ੀਰ ਖਾਂ ਐਡਾ ਤਾਕਤਵਰ ਜਰਨੈਲ ਸੂਬੇਦਾਰ ਉਹਨਾਂ ਦੇ ਵਿਚਕਾਰ ਘਿਰਿਆ ਹੋਇਆ, ਆਪਣੀ ਫੌਜ ਦੀ ਰਾਖੀ ਕਰਦਾ ਹੋਇਆ, ਪਿਆਸਾ ਗਰਮੀ ਦੇ ਵਿੱਚ ਘਬਰਾਇਆ ਹੋਇਆ, ਦੁਪਹਿਰ ਤੱਕ ਹੀ ਉਹ ਮੈਦਾਨ ਖਾਲੀ ਛੱਡ ਕੇ ਵਜ਼ੀਰ ਖਾਂ ਆਪਣੇ ਹਜ਼ਾਰਾਂ ਸਿਪਾਹੀ ਮਰਵਾ ਕੇ ਮੈਦਾਨ ਖਾਲੀ ਛੱਡ ਕੇ ਦੌੜ ਜਾਂਦਾ ਹੈ। ਕਿਉਂਕਿ ਬਾਕੀ ਦੇ ਵਿੱਚ ਕੀ ਉਹਦੇ ਸਿਪਾਹੀ ਜਾਂ ਫੌਜਦਾਰ ਆਕੀ ਹੋ ਜਾਂਦੇ ਨੇ ਕਿ ਪਿਆਸ ਹੈ ਪਾਣੀ ਦੀ। ਔਰ ਵਜ਼ੀਰ ਖਾਂ ਆਪਣੀ ਚਮੜੀ ਬਚਾਉਣ ਵਾਸਤੇ, ਆਪਣੀ ਇੱਜ਼ਤ ਬਚਾਉਣ ਵਾਸਤੇ, ਇਹ ਦਿਖਾਉਣ ਵਾਸਤੇ ਔਰੰਗਜ਼ੇਬ ਨੂੰ ਕਿ ਮੈਂ ਇੰਨਾ ਕਮਜ਼ੋਰ ਨਹੀਂ ਕਿ ਮੇਰੇ
ਸੂਬੇ ਦੇ ਵਿੱਚ ਦੀ ਗੁਰੂ ਗੋਬਿੰਦ ਸਿੰਘ ਨੰਗਲ ਜਾਂ ਸੁਰੱਖਿਅਤ ਮੈਂ ਫੜ ਕੇ ਲਿਆ ਕੇ ਦਊਂਗਾ। ਪਰ ਜਦੋਂ ਉਸ ਇਲਾਕੇ ਦੇ ਵਿੱਚ ਉਹ ਸੱਚਮੁੱਚ ਹੀ ਉਹਨਾਂ ਮਰਜੀਵੜਿਆਂ ਦੇ ਨਾਲ ਬਾਹ ਪੈਂਦਾ ਹੈ ਜਿਹੜੇ 30-30 ਹਜ਼ਾਰ ਨਾਲ 10-10 ਹਜ਼ਾਰ ਨਾਲ 20-20 ਹਜ਼ਾਰ ਦੇ ਨਾਲ ਲੜਨ ਦਾ ਸਮਰੱਥਾ ਰੱਖਦੇ ਆ, ਜਿਹੜੇ ਗੁਰੂ ਸਾਹਿਬ ਦਾ ਉਹ ਬਾਗ 1.25 ਲੱਖ ਸੇ ਏਕ ਲੜਾਊ ਨੂੰ ਸੱਚ ਕਰਨ ਤੇ ਤੁਲੇ ਹੋਏ ਆ। ਉਧਰੋਂ ਭਾਈ ਬਾਬਾ ਖੁਸ਼ਹਾਲ ਸਿੰਘ ਭੱਲੇ ਦਾ ਮਾਰੇ ਲਲਕਾਰੇ ਕਿ ਸਿੰਘੋ ਇਹ ਮੌਕਾ ਹੀ, ਤੇ ਉਧਰੋਂ ਗੁਰੂ ਸਾਹਿਬ ਟਿੱਬੀ ਤੇ ਬੈਠੇ ਹੋਏ ਆਪਣੇ ਸਿੰਘਾਂ ਵੱਲ ਵੇਖ ਰਹੇ ਆ ਕਿ ਅੱਜ ਇਹਨਾਂ ਨੂੰ ਇਹ ਮੌਕਾ ਦੇ ਦਈਏ ਕਿ ਆਪਣੀ ਭੁੱਲ ਸੁਧਾਰ ਕੇ ਵਾਪਸ ਫਿਰ ਉਹ ਆਪਣੀ ਗੱਲ ਜਿਹੜੀ ਆ ਉਹ ਟੁੱਟੀ ਗੰਢਣ ਵਾਲੀ ਜਿਹੜੀ ਅਵਸਥਾ ਹੈ ਉਹ ਕਰ ਸਕਣ। ਉਧਰੋਂ ਉਹ ਵੀ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦੇ ਨਾਮ ਤੋਂ ਮਰਨ ਵਾਸਤੇ ਤਿਆਰ ਹੋ ਕੇ ਉਹਨਾਂ 40 ਵਿੱਚੋਂ ਬਹੁਤ ਸਾਰੇ ਸ਼ਹੀਦ ਹੋ ਜਾਂਦੇ ਆ। ਮਾਤਾ ਭਾਗ ਕੌਰ ਦੇ 5 ਭਰਾ, ਪਤੀ ਤੇ ਦਿਓਰ 7 ਜੀ ਆਪਣੇ ਪਰਿਵਾਰ ਦੇ ਸ਼ਹੀਦ ਹੁੰਦੇ ਆ। ਆਪ ਉਹ ਜ਼ਖਮੀ ਹੋ ਜਾਂਦੇ, ਲੱਤ ਵਿੱਚ ਗੋਲੀ ਵੱਜਦੀ ਹੈ। ਬਾਬਾ ਖੁਸ਼ਹਾਲ ਸਿੰਘ ਆਪਣੇ ਦੋਨੇ ਪੁੱਤਰਾਂ ਦੇ ਸਮੇਤ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ। ਉਹ ਦੁਨੀ ਚੰਦ ਮਸੰਦ ਜਿਹੜਾ ਆਨੰਦਪੁਰ ਸਾਹਿਬ ਦੇ ਕਿਲੇ ਦੀ ਕੰਧ ਟੱਪ ਕੇ ਆਇਆ ਸੀ ਜੀ, ਉਹਦੇ ਦੋਨੋਂ ਹੀ ਪੁੱਤ ਉਸ ਮੁਕਾਬਲੇ ਦੇ ਵਿੱਚ ਲੜ ਕੇ ਸ਼ਹੀਦ ਹੋ ਜਾਂਦੇ ਆ। ਉਹ ਜਿਹੜੇ ਉਹਦੇ 2 ਪੁੱਤ ਹੈ ਨਾਲ ਆਉਂਦੇ ਨੇ ਉਸ ਬਹੀਰ ਦੇ ਗੁਰੂ ਸਾਹਿਬ ਦੇ ਕੋਲ ਆ ਕੇ ਲੜ ਮਰਨ ਲਈ, ਤਾਂ ਕਿ ਉਹਨਾਂ ਦੇ ਪਿਓ ਦਾ ਜਿਹੜਾ ਖੱਟਿਆ ਹੋਇਆ ਕਲੰਕ ਸੀ ਮੈਦਾਨ ਚੋਂ ਭੱਜ ਜਾਣ ਦਾ, ਉਹਨੂੰ ਧੋਣ ਵਾਸਤੇ ਉਹ ਵੀ ਸ਼ਹੀਦ ਹੋ ਜਾਂਦੇ ਆ। ਇਹ ਝਬਾਲ ਤੋਂ ਆਏ ਨੇ ਉਹਨਾਂ ਦੇ, ਇਹ ਸਾਰੇ ਝਬਾਲ ਤੋਂ, ਪੱਟੀ ਪਰਗਣੇ ਚੋਂ, ਝਬਾਲ ਦੇ ਆਸ-ਪਾਸ ਦੇ ਪਿੰਡਾਂ ਤੋਂ ਆਏ ਨੇ। ਲੜਾਈ ਜਦੋਂ ਮੈਦਾਨ ਖਾਲੀ ਹੋ ਗਿਆ, ਵਜ਼ੀਰ ਖਾਂ ਦੀ ਫੌਜ ਦੌੜ ਗਈ ਤੇ ਸੱਚੇ ਪਾਤਸ਼ਾਹ ਟਿੱਬੀ ਤੋਂ ਥੱਲੇ ਉਤਰਦੇ ਨੇ, ਕੱਲੇ-ਕੱਲੇ ਸਿੰਘ ਦਾ ਨੂੰ ਚੱਕਦੇ ਨੇ, ਉਹਦਾ ਮੂੰਹ ਪੂੰਝਦੇ ਨੇ ਔਰ ਉਹਨੂੰ ਖਿਤਾਬ ਦੇਈ ਜਾਂਦੇ ਨੇ, ਇਹ ਮੇਰਾ 10 ਹਜ਼ਾਰੀ ਸਿੰਘ ਹੈ, ਇਹ ਮੇਰਾ 20 ਹਜ਼ਾਰੀ ਸਿੰਘ ਹੈ, ਇਹ ਮੇਰਾ 30 ਹਜ਼ਾਰੀ ਸਿੰਘ ਹੈ। ਤੇ ਜਦੋਂ ਵੇਖਦੇ ਨੇ ਤੇ ਭਾਈ ਮਹਾਂ ਸਿੰਘ ਰਟੌਲ ਜ਼ਖਮੀ ਹਾਲਤ ਦੇ ਵਿੱਚ ਮੂਰਛਤ ਹੋਇਆ ਪਿਆ ਹੈ ਗਰਮੀ ਦੇ ਵਿੱਚ। ਪਾਤਸ਼ਾਹ ਆਪ ਚੱਕ ਕੇ ਉਹਦਾ ਸਿਰ ਆਪਣੇ ਪੱਟ ਤੇ ਰੱਖਦੇ ਨੇ, ਆਪਣੇ ਰੁਮਾਲ ਦੇ ਨਾਲ ਮਹਾਂ ਸਿੰਘ ਦਾ ਮੂੰਹ ਸਾਫ਼ ਕਰਦੇ ਨੇ, ਆਪਣੇ ਹੱਥੀਂ ਉਹਦੇ ਮੂੰਹ ਦੇ ਵਿੱਚ ਪਾਣੀ ਪਾਉਂਦੇ ਨੇ, ਜਲ ਪਿਲਾਉਂਦੇ ਨੇ ਉਹਨੂੰ। ਤੇ ਜਦੋਂ ਪਾਣੀ ਪੀਣ ਤੋਂ ਬਾਅਦ ਭਾਈ ਮਹਾਂ ਸਿੰਘ ਦੀ ਅੱਖ ਖੁੱਲ੍ਹਦੀ ਹੈ ਤੇ ਭਾਈ ਮਹਾਂ ਸਿੰਘ ਰੋਂਦਾ ਹੱਥ ਜੋੜਦਾ ਹੈ ਤੇ ਗੁਰੂ ਸਾਹਿਬ ਆਖਦੇ ਨੇ, ਮਹਾਂ ਸਿਆਂ ਤੁਹਾਡੀ ਸਾਰੇ ਜਥੇ ਦੀ ਸੇਵਾ ਥਾਈਂ ਪਈ, ਮੰਗ ਤੈਨੂੰ 3 ਲੋਕੀ ਦਾ ਰਾਜ ਦੇ ਦਈਏ, ਤੈਨੂੰ ਧਨ ਦੌਲਤ ਦੇ ਦਈਏ, ਤੈਨੂੰ ਜ਼ਮੀਨ ਜਾਇਦਾਦ ਦੇ ਦਈਏ। ਤੇ ਮਹਾਂ ਸਿੰਘ ਆਖਦਾ ਹੈ, ਪਾਤਸ਼ਾਹ ਜੇ ਤਰੁੱਠੇ ਹੋ ਨਾ ਤੇ ਉਹ ਬਦਾਵਾ ਪਾੜ ਦਿਓ। ਕਹਿੰਦੇ ਜਾਣੀ ਜਾਨ ਨਾ ਜਾਣ ਦੀ ਲੋੜ ਮੈਨੂੰ, ਮੈਨੂੰ ਬਖਸ਼ ਦੇ ਉਹ ਗੁਨਾਹਗਾਰ ਹੈ ਮੈਂ, ਗੁਨਾਹਗਾਰ ਹੈ ਮੈਂ, ਤੈਨੂੰ ਲਿਖ ਕੇ ਬਦਾਵਾ ਸੀ ਜਿਨ੍ਹਾਂ ਦਿੱਤਾ ਉਹਨਾਂ ਸਾਰਿਆਂ ਦਾ ਜਥੇਦਾਰ ਹੈ ਮੈਂ। ਮਹਾਂ ਸਿੰਘ ਕਹਿ ਰਿਹਾ ਹੈ, ਭਾਈ ਮਹਾਂ ਸਿੰਘ ਆਖਦਾ, ਪਾਤਸ਼ਾਹ ਕੁਝ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ, ਹੁਣ ਬਸ ਕਿਰਪਾ ਕਰੋ ਆਪਣੇ ਲੜ ਲਾ ਲਓ, ਜਿਹੜਾ ਸਾਡੇ ਚੌਧਰੀਆਂ ਨੇ ਲਿਖ ਕੇ ਬਦਾਵਾ ਦਿੱਤਾ ਹੈ ਉਹ ਪਾੜ ਦਿਓ। ਤੇ ਸਤਿਗੁਰੂ ਫਿਰ ਪੁੱਛਦੇ ਨੇ, ਮਹਾਂ ਸਿਆਂ ਉਹ ਤਾਂ ਪਾੜਤਾ, ਤੁਹਾਡੀ ਤਾਂ ਥਾਂ ਹੀ ਪਈ ਸੇਵਾ, ਤੂੰ ਫਿਰ ਵੀ ਮੰਗ, ਆਪਣੇ ਮਨ ਦੀ ਆਸ ਦੱਸ, ਤੈਨੂੰ ਕੀ ਦੇ ਦਈਏ? ਸੰਸਾਰ ਦਾ ਰਾਜ ਤੈਨੂੰ ਦੇ ਦਈਏ, ਧਨ ਪਦਾਰਥ ਦੇ ਦਈਏ, ਦੌਲਤਾਂ ਦੇ ਦਈਏ, ਹੋਰ ਜੋ ਵੀ ਮੰਗੇ ਤੈਨੂੰ ਦੇ ਦਈਏ। ਤੇ ਮਹਾਂ ਸਿੰਘ ਨੇ ਆਖਿਆ, ਨਹੀਂ ਪਾਤਸ਼ਾਹ ਕੁਝ ਨਹੀਂ ਚਾਹੀਦਾ, ਬਸ ਤੇਰੇ ਨਾਲੋਂ ਵਿਛੋੜਾ ਪੈ ਗਿਆ ਸੀ ਕੁਝ ਸਮੇਂ ਲਈ, ਉਹ ਖਤਮ ਹੋਇਆ, ਤੇਰੀ ਕਿਰਪਾ ਹੋਈ, ਤੇਰੀ ਕਿਰਪਾ ਨਾਲ ਹੀ ਲੜ ਕੇ ਅੱਜ ਇਹ ਕੁਛ ਕਰ ਸਕੇ ਹਾਂ। ਇੰਨੀਆਂ ਗੱਲਾਂ ਆਖਦਾ ਭਾਈ ਮਹਾਂ ਸਿੰਘ ਸਵਾਸ ਤਿਆਗ ਦਿੰਦਾ ਹੈ, ਮਹਾਰਾਜ ਜੀ ਦੇ ਪੱਟਾਂ ਤੇ ਸਿਰ ਰੱਖ ਕੇ ਸ਼ਹੀਦ ਹੋ ਜਾਂਦਾ ਹੈ। ਮਾਤਾ ਜੀ ਨੂੰ, ਭਾਗ ਕੌਰ ਨੂੰ ਸਤਿਗੁਰੂ ਜੀ ਚੱਕਦੇ ਨੇ, ਉਹਦਾ ਜ਼ਖਮ ਬੰਨ੍ਹਦੇ ਹੈ ਜਿਹੜਾ ਲੱਤ ਦੇ ਵਿੱਚ ਗੋਲੀ ਲੱਗੀ ਹੋਈ ਹੈ, ਬਾਕੀ ਜ਼ਖਮੀਆਂ ਨੂੰ ਸੰਭਾਲਦੇ ਹੈ। ਸਾਰੇ ਸ਼ਹੀਦ ਹੋ ਚੁੱਕੇ ਸਿੰਘਾਂ ਨੂੰ ਖਿਤਾਬ ਦੇ ਦੇ ਕੇ ਹਜ਼ਾਰੀਏ ਦਾ, ਉਹਦਾ ਮਤਲਬ ਹੈ ਕਿ ਇਸ ਸਿੰਘ ਨੇ 30,000 ਫੌਜ ਦਾ ਟਾਕਰਾ ਕਰਨ ਦੇ ਸਮਰੱਥ ਹੋ ਗਿਆ, ਇਹ 10,000 ਦਾ ਟਾਕਰਾ ਕਰ ਸਕਦਾ ਹੈ। ਫਿਰ ਉਹਨਾਂ ਸਾਰਿਆਂ ਦਾ, ਸ਼ਹੀਦ ਹੋ ਚੁੱਕੇ ਸਿੰਘਾਂ ਦਾ ਆਪਣੇ ਹੱਥੀਂ ਸਤਿਗੁਰੂ ਸੰਸਕਾਰ ਕਰਦੇ ਆ। ਤੱਕੋ ਉਸ ਸਮਾਂ ਉਹ ਸੀਨ ਕਿਹੋ ਜਿਹਾ ਹੋਵੇਗਾ ਕਿ ਕਲਗੀਧਰ ਪਾਤਸ਼ਾਹ ਜੀ ਕੁਝ ਮਹੀਨੇ ਹੋਏ ਨੇ ਸੁੱਖਾਂ ਵਸਤੀ ਅਨੰਦਪੁਰੀ ਨੂੰ ਛੱਡ ਕੇ ਆਏ ਨੇ। ਸਰਸਾ ਤੇ ਕਮਸਾਨ ਦਾ ਯੁੱਧ ਹੁੰਦਾ ਹੈ, ਸਿੰਘ ਸ਼ਹੀਦ ਹੋ ਜਾਂਦੇ ਨੇ। ਚਮਕੌਰ ਤੇ
ਦੋ ਸਾਹਿਬਜ਼ਾਦੇ ਸਿੰਘ ਸ਼ਹੀਦ ਹੋ ਜਾਂਦੇ ਨੇ। ਅੱਜ ਫਿਰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਵਿੱਚ ਦੀ ਲੰਘ ਰਹੇ ਨੇ। ਸਹਿਕ ਦੀ ਲਾਸ਼ ਭਾਈ ਸਾਹਿਬ ਨੇ ਦੱਸਿਆ ਭਾਈ ਮਹਾਂ ਸਿੰਘ ਦੀ ਗੋਡੇ ਤੇ ਰੱਖ ਕੇ ਮਹਾਂ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਬਖਸ਼ ਦੇਵੋ, ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਮਹਾਂ ਸਿੰਘਾ ਦੇਖ ਕਿੱਥੋਂ ਚਮਕੌਰ ਤੋਂ ਆ ਗਿਆ ਹਾਂ, ਜੰਗਲ ਫੋਲਦਾ ਫਾਲਦਾ ਆ ਰਿਹਾ ਹਾਂ, ਉਹ ਇੰਨੀ ਤੇਰੇ ਪਿਆਰ ਨੇ ਖਿੱਚ ਪਾਈ, ਤੈਨੂੰ ਢੂੰਡਦਾ ਭਾਲਦਾ ਆ ਰਿਹਾ ਹਾਂ। ਮੈਂ ਤਾਂ ਦਿਲੋਂ ਸੀ ਉਦੋਂ ਹੀ ਪਾੜ ਦਿੱਤਾ ਜੋ ਪ੍ਰਬੰਧਾ ਸੀ ਖੁੰਝੇ ਨਿਸ਼ਾਨਿਆਂ ਦਾ, ਕਿਉਂਕਿ ਨਿਜਮ ਅਟਲ ਸੰਸਾਰ ਦਾ ਰੁਕਦਾ ਮੇਲ ਨਹੀਂ ਸ਼ਮਾ ਪਰਵਾਨਿਆਂ ਦਾ। ਉਹ ਮੇਰਾ ਦ੍ਰਿੜ ਵਿਸ਼ਵਾਸ ਅਡੋਲ ਇੰਨਾ ਸ਼ੰਕਾ ਇੱਥੇ ਨਹੀਂ ਰਤਾ ਖਲੋ ਸਕਦਾ, ਮੈਨੂੰ ਪਤਾ ਸੀ ਖੰਡੇ ਦਾ ਇਹ ਅੰਮ੍ਰਿਤ ਕਦੀ ਇੰਨਾ ਕਮਜ਼ੋਰ ਨਹੀਂ ਹੋ ਸਕਦਾ। ਮਾਂ ਸਿੰਘਾ ਤੈਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਇਆ ਸੀ, ਮੈਨੂੰ ਪਤਾ ਸੀ ਤੁਸੀਂ ਭੁੱਲ ਗਏ ਹੋ, ਵਾਪਸ ਆਵੋਗੇ। ਆਹ ਦੇਖ ਕਲਗੀ ਮੈਂ ਪੰਥ ਤੋਂ ਬਾਹਰ ਆਇਆ ਹਾਂ, ਚਾਰ ਸਾਹਿਬਜ਼ਾਦੇ ਪੰਥ ਤੋਂ ਬਾਹਰ ਆਇਆ ਹਾਂ, ਉਹ ਨੀਲਾ ਘੋੜਾ ਸਭ ਸੁੱਖ ਆਨੰਦ, ਪਰ ਆਇਆ ਹਾਂ ਤੁਹਾਨੂੰ ਬਖਸ਼ਣ ਵਾਸਤੇ। ਮੰਗ ਕੀ ਮੰਗਦਾ ਹੈ, ਉੱਥੇ ਟੁੱਟੀ ਗੰਢੀ ਹੈ। ਔਰ ਅੱਜ ਦੇ ਦਿਨ ਨੂੰ ਜਿੱਥੇ ਗੁਰੂ ਸਾਹਿਬ ਜੀ ਦੀ ਆਖਰੀ ਲੜਾਈ ਵਜੋਂ ਮਨਾਇਆ ਜਾਂਦਾ ਹੈ, ਉਹਦੇ ਨਾਲ ਹੀ ਅੱਜ ਦਾ ਦਿਨ ਟੁੱਟੀ ਗੰਢੀ ਦਿਵਸ ਦੇ ਵਜੋਂ ਵੀ ਗੁਰੂ ਖਾਲਸਾ ਪੰਥ ਮਨਾਉਂਦਾ ਹੈ। ਇਹ ਲੜਾਈ 21 ਵਿਸਾਖ ਮੁਕਤਸਰ ਉੱਥੇ ਭਾਈ ਸਾਹਿਬ ਤੁਸੀਂ ਦੇਖੇ ਹੋਣਗੇ ਇੱਥੇ ਆਉਣ ਤੋਂ ਪਹਿਲਾਂ ਮੁਕਤਸਰ ਦੇ ਵਿੱਚ ਉੱਥੇ ਇਤਿਹਾਸਕ ਸਥਾਨ ਕਿੰਨੇ ਇੱਕ ਤੇ ਮੁਕਤਸਰ ਇੱਕ ਟੁੱਟੀ ਮੁਕਤਸਰ ਜਿੱਥੇ ਉਹਨਾਂ ਦਾ ਜਿੱਥੇ ਸੰਸਕਾਰ ਕੀਤਾ ਸੀ, ਸਾਰੇ ਸ਼ਹੀਦਾਂ ਦਾ ਸੰਸਕਾਰ ਜਿੱਥੇ ਕੀਤਾ ਹੈ, ਉਹ ਜਗ੍ਹਾ ਉਸ ਜਗ੍ਹਾ ਦੇ ਉੱਤੇ ਉਹ ਮੇਨ ਗੁਰਦੁਆਰਾ ਸਾਹਿਬ ਹੈ। ਮੈਨੂੰ ਬਹੁਤਾ ਵਾਕਫੀਤ ਨਹੀਂ, ਬਾਕੀ ਟੁੱਟੀ ਗੰਢੀ ਹੋਰ ਵੀ ਸਥਾਨ ਹੋਣਗੇ ਉਸ ਸਥਾਨ ਦੇ ਜਿੱਥੇ ਸੰਸਕਾਰ ਕੀਤਾ, ਉਹ ਜਗ੍ਹਾ ਦੇ ਉੱਤੇ ਮੇਨ ਸਰੋਵਰ ਬਣ ਕੇ ਮੇਨ ਸਥਾਨ ਬਣਿਆ ਹੋਇਆ। ਤੇ ਜਿਹੜੀ ਗੱਲ ਤੁਸੀਂ ਕਰਨ ਜਾ ਰਹੇ ਹੋ ਕਿ ਇਹ ਜੋ ਸਾਕਾ ਇਹ 21 ਵਿਸਾਖ 1762 ਦਾ ਹੈ, 1762 ਬਿਕਰਮੀ, ਹਾਂਜੀ, ਤੇ ਇਹ ਕਿਸ ਤਰ੍ਹਾਂ 13 ਜਨਵਰੀ ਜਾਂ ਮਾਘੀ ਦਾ ਦਿਨ ਕਿਸ ਤਰ੍ਹਾਂ ਇਹ ਬਦਲਿਆ? ਦਰਅਸਲ ਜੇ ਜ਼ਿਆਦਾ ਡਿਟੇਲ ਵਿੱਚ ਜਾਈਏ ਤੇ ਗੁਰੂ ਖਾਲਸਾ ਪੰਥ ਨੇ ਆਪਣੇ ਆਪਣੇ ਸਮੇਂ ਦੇ ਮੁਤਾਬਕ ਜੋੜ ਮੇਲੇ ਨਿਯਤ ਕੀਤੇ ਸੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਵਿਸਾਖ ਸੁਦੀ 3 ਨੂੰ ਹੈ, ਤੇ ਉਹ ਕੱਤੇ ਦੀ ਪੁੰਨਿਆ ਨੂੰ ਨਿਯਤ ਕਰ ਲਿਆ, ਸਾਰਿਆਂ ਨੇ ਕੱਤੇ ਦੀ ਪੁੰਨਿਆ ਨੂੰ ਉਹਨੂੰ ਮਨਾਇਆ। ਤੇ ਇਦਾਂ ਹੀ ਇਹ ਜਿਹੜਾ ਜਿਵੇਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਵਿਸਾਖੀ ਤੇ ਦੀਵਾਲੀ ਦੇ ਜੋੜ ਮੇਲੇ ਹੁੰਦੇ ਸਨ ਅੰਮ੍ਰਿਤਸਰ ਸਾਹਿਬ ਜਾਂ ਜਿੱਥੇ ਗੁਰੂ ਸਾਹਿਬ ਹੋਣ। ਫਿਰ ਕੀ ਹੋਇਆ ਵੀ ਪੰਥ ਨੇ ਫੈਸਲਾ ਕੀਤਾ ਕਿ ਵਿਸਾਖੀ ਦਾ ਜੋੜ ਮੇਲਾ ਅੰਮ੍ਰਿਤਸਰ ਸਾਹਿਬ ਤੇ ਹੋਲੇ ਮਹੱਲੇ ਦਾ ਜੋੜ ਮੇਲਾ ਆਨੰਦਪੁਰ ਸਾਹਿਬ, ਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਸਾਬੋ ਕੀ ਤਲਵੰਡੀ, ਹਾਲਾਂਕਿ ਵਿਸਾਖੀ ਦਾ ਸੰਬੰਧ ਆਨੰਦਪੁਰ ਸਾਹਿਬ ਨਾਲ ਹੈ। ਇਸੇ ਤਰ੍ਹਾਂ ਦਿਨ ਨਿਯਤ ਕਰ ਲਏ। ਤੇ ਜਿਹੜੀ ਇਹ ਜਗ੍ਹਾ ਸੀ ਮੁਕਤਸਰ ਸਾਹਿਬ ਦੀ ਜਗ੍ਹਾ, ਇੱਥੇ ਗਰਮੀ ਬਹੁਤ ਪੈਂਦੀ ਹੈ। ਵਿਸਾਖ ਨੂੰ 21 ਵਿਸਾਖ ਨੂੰ ਇਹ ਬਹੁਤ ਗਰਮੀ ਵਾਲਾ ਜਗ੍ਹਾ ਹੈ। ਔਰ ਇੱਕ ਉਸ ਵੇਲੇ ਸਾਰੇ ਜਿਹੜੇ ਲੋਕ ਨੇ ਉਹ ਵਾਢੀਆਂ ਦੇ ਵਿੱਚ ਹਾੜੀ ਦੇ ਵਿੱਚ ਰੁੱਝੇ ਹੋਏ ਹੁੰਦੇ ਆ। ਇਸ ਕਰਕੇ ਇਹ ਜਿਹੜਾ ਦਿਨ ਆ ਮਾਘੀ ਦੇ ਦਿਨ ਦੇ ਉੱਤੇ ਨਿਯਤ ਕਰ ਲਿਆ ਗਿਆ। ਇਹ ਕਦੋਂ ਦੀ ਗੱਲ ਹੈ? ਉਦੋਂ ਬਹੁਤ ਪੁਰਾਣੀ ਗੱਲ ਹੈ। ਹਾਂਜੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਮਾਘ ਦਾ ਮਹੀਨਾ ਹੈ ਇਹ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਤੀਰਥਾਂ ਉੱਤੇ ਇਸ਼ਨਾਨ ਕਰਕੇ ਮੁਕਤ ਹੋਣ ਦਾ ਦਿਨ ਮੰਨਿਆ ਜਾਂਦਾ ਹੈ। ਜਦੋਂ ਅਸੀਂ 12 ਮਾਹ ਦੇ ਵਿੱਚ ਮਾਘ ਮਹੀਨੇ ਦੀ ਪੌੜੀ ਦਾ ਪਾਠ ਕਰਦੇ ਹਾਂ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੌ ਕਰ ਦਾਨ। ਭਈ ਉਹ ਜਿਹੜਾ ਜਿਵੇਂ ਹਿੰਦੂ ਮਿਥਿਹਾਸ ਦੇ ਵਿੱਚ ਜਾਂ ਭਾਰਤੀ ਸੰਸਕ੍ਰਿਤੀ ਦੇ ਵਿੱਚ ਮਾਘੀ ਵਾਲੇ ਦਿਨ ਤ੍ਰਿਵੈਣੀ ਦੇ ਉੱਤੇ ਜਾਂ ਸਰੋਵਰ ਜਾਂ ਦਰਿਆਵਾਂ ਤੇ ਨਹਾਉਣਾ ਪਵਿੱਤਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਸਿੱਖਾਂ ਨੂੰ ਉਸ ਪਾਸੇ ਵੱਲੋਂ ਮੋੜ ਕੇ ਉਹ ਮੁਕਤਸਰ, ਉਹ ਸਰੋਵਰ ਜਿੱਥੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਹ ਥਾਂ ਜਿੱਥੇ ਟੁੱਟੀ ਗੰਢੀ ਜਾਂਦੀ ਹੈ, ਉਹ ਥਾਂ ਜਿੱਥੇ ਜਿਸ ਜਗ੍ਹਾ ਤੇ ਉਹ ਲੋਕ ਜਿਹੜੇ ਆਪਣੀ ਭੁੱਲ ਕਰਕੇ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ ਸਨ, ਗੁਰੂ ਸਾਹਿਬ ਨੇ ਉਹਨਾਂ ਨੂੰ ਮੁੜ ਆਪਣੇ ਗਲ ਨਾਲ ਲਾਇਆ ਸੀ। ਇਸ ਦਿਨ ਨੂੰ ਉਸ ਥਾਂ ਤੇ ਜੋੜ ਮੇਲੇ ਦੇ ਰੂਪ ਦੇ ਵਿੱਚ ਸਿੱਖ ਸੰਗਤਾਂ ਨੂੰ ਮਨਾਉਣ ਦੀ ਗੁਰੂ ਖਾਲਸਾ ਪੰਥ ਨੇ ਰਵਾਇਤ ਬਣਾਈ, ਤਾਂ ਕਿ ਉਧਰ ਨਾ ਜਾਇਆ ਜਾਏ, ਇੱਥੇ ਆ ਕੇ ਮੁਕਤੀ ਦਾ ਦੁਆਰਾ ਲੱਭਿਆ ਜਾਏ, ਹਿੰਦੂ ਤੀਰਥਾਂ ਤੇ ਨਾ ਗੇੜੇ ਕੱਢੇ ਜਾਣ।
ਔਰ ਇੱਥੇ ਆ ਕੇ ਇਸ ਗੱਲ ਦਾ ਅਹਿਦ ਲਿਆ ਜਾਏ, ਇਹ ਉਹ ਜਗ੍ਹਾ ਹੈ ਜਿੱਥੇ ਸਤਿਗੁਰੂ ਬਖਸ਼ੰਦ ਸਤਿਗੁਰੂ ਆਪਣੇ ਭੁੱਲੇ ਹੋਏ ਸਿੱਖਾਂ ਨੂੰ ਬਖਸ਼ ਕੇ ਆਪਣੇ ਗਲ ਨਾਲ ਲਾਉਂਦਾ ਹੈ। ਇਸ ਕਰਕੇ ਇਹ ਜਿਹੜਾ ਦਿਨ ਆ, ਇਹ ਨੀਅਤ ਕਰ ਲਿਆ ਗਿਆ ਕਿ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ, ਮਾਘ ਦੇ ਪਹਿਲੀ ਤਰੀਕ ਵਾਲੇ ਦਿਨ ਇਸ ਲੜਾਈ ਦਾ, ਇਸ ਯੁੱਧ ਦਾ, ਇਸ ਟੁੱਟੀ ਗੰਢਣ ਵਾਲੀ ਜਿਹੜਾ ਇਤਿਹਾਸਕ ਘਟਨਾ ਹੈ, ਉਹਦੀ ਜਿਹੜੀ ਯਾਦਗਾਰ ਹੈ ਉਹ ਮਨਾਈ ਜਾਣੀ ਹੈ। ਕਿਉਂਕਿ ਜਿਸ ਲੱਗਦਾ ਇਸ ਤਰ੍ਹਾਂ ਜਿਸ ਖਿੱਤੇ ਵਿੱਚ ਅਸੀਂ ਰਹਿੰਦੇ ਹਾਂ, ਮੈਜੋਰਿਟੀ ਜੋ ਉੱਥੇ ਹੈ, ਉੱਥੇ ਜਿਸ ਵਿੱਚੋਂ ਅਸੀਂ ਰਹਿੰਦੇ ਆਏ ਹਾਂ, ਉੱਥੇ ਜੋ ਰਹੁ ਰੀਤਾਂ ਚੱਲਦੀਆਂ, ਉਹਨਾਂ ਰਹੁ ਰੀਤਾਂ ਨੂੰ ਸਤਿਗੁਰੂ ਨੇ ਸਾਰੇ ਗੁਰੂ ਨਾਨਕ ਦੇਵ ਤੋਂ ਲੱਗ ਕੇ ਅਖੀਰ ਤੱਕ ਕਿ ਸਿੱਧੇ ਰਸਤੇ ਕਿਸ ਤਰ੍ਹਾਂ ਪਾਉਣਾ, ਉਹਨੂੰ ਅਡਾਪਟ ਕੀਤਾ, ਤੇ ਉਹਨਾਂ ਨੂੰ ਕਿਸ ਤਰ੍ਹਾਂ ਇਹ ਬਾਲ ਕੇ ਆਪਣੇ ਜਿਹੜਾ ਸਹੀ ਰਸਤਾ ਦੱਸਣਾ। ਤੇ ਉਹ ਭਾਵੇਂ ਕਿਉਂਕਿ ਅਸੀਂ ਹੁਣ ਉੱਥੇ ਰਹਿੰਦੇ ਹਾਂ, ਮਾਘ ਦੀ ਸੰਗਰਾਂਦ ਤੇ ਮਾਘੀ ਤੇ ਜ਼ਰੂਰ ਜਾਣਾ ਜੀ, ਤੀਰਥਾਂ ਇਸ਼ਨਾਨ ਕਰਨਾ, ਤੇ ਖਾਲਸਾ ਪੰਥ ਨੇ ਇਕੱਠੇ ਹੋ ਕੇ ਆਹ ਤੀਰਥ ਹੈ ਤੁਹਾਡਾ, ਆਹ ਤੀਰਥ ਹੈ, ਹਾਂ, ਇਸ ਜਗ੍ਹਾ ਤੇ ਆਉਣਾ ਹੈ, ਨਾਲੇ ਮੁਕਤੀ ਹੋ ਜੀ, ਇੱਥੇ ਆਪਣੇ ਆਪ ਨੂੰ ਵਿਕਾਰਾਂ ਤੋਂ ਮੁਕਤ ਕਰਨਾ ਹੈ, ਤੇ ਮੁਕਤ ਕਰਨ ਦੇ ਨਾਲ ਆਪਣੇ ਮਨ ਦੇ ਵਿੱਚ ਇਹ ਖਿਆਲ ਲੈ ਕੇ ਜਾਣਾ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੇ ਸਤਿਗੁਰੂ ਆਪਣੇ ਦਰ ਤੋਂ ਭੁੱਲੇ ਹੋਏ ਲੋਕਾਂ ਨੂੰ ਆਪਣੇ ਨਾਲ ਗੰਢਦਾ ਹੈ। ਪਰ ਉੱਥੇ ਸਾਨੂੰ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ, ਉਹ ਜਿਹੜੇ ਬਦਾਵਾ ਲਿਖ ਕੇ ਦੇ ਕੇ ਆਏ ਸਨ ਸਿੰਘ, ਉਹਨਾਂ ਨੇ ਆਪਣਾ ਆਪ ਕੁਰਬਾਨ ਕਰਨ ਤੋਂ ਬਾਅਦ ਗੁਰੂ ਦੀ ਖੁਸ਼ੀ ਲਈ ਸੀ। ਅੱਜ ਦਾ ਸਿੱਖ ਬਹੁਤੇ ਕਰਕੇ ਅਸੀਂ ਕਿਤੇ ਹੋਰ ਕਾਰਨਾਂ ਕਰਕੇ ਹੀ, ਬਹੁਤੀ ਵੱਡਾ ਕਾਰਨ ਵੀ ਕੋਈ ਨਹੀਂ ਹੁੰਦਾ, ਐਵੇਂ ਗੁਰੂ ਤੋਂ ਬੇਮੁਖ ਹੋਏ ਚਲੇ ਜਾਂਦੇ ਆ। ਕਿਤੇ ਅਸੀਂ ਨਸ਼ਿਆਂ ਦੇ ਵਿੱਚ ਅੱਜ ਪੰਜਾਬ ਗਰਕਿਆ ਹੋਇਆ ਹੈ, ਕਿਤੇ ਪਤਤ ਪੁਣੇ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਗੁਰੂ ਦੇ ਰਸਤੇ ਤੋਂ ਬੇਮੁਖ ਹੋਣ ਵਾਲੀ ਜਿਹੜੀ ਗੱਲ ਹੈ, ਉਹਦਾ ਆਮ ਪ੍ਰਭਾਵ ਦੇਖਿਆ ਜਾ ਸਕਦਾ ਹੈ। ਤੇ ਸਾਡੇ ਵਾਸਤੇ ਮੁਕਤਸਰ ਦੇ ਸਰੋਵਰ 'ਚ ਇਸ਼ਨਾਨ ਕਰਨਾ ਤੇ ਚਲੋ ਲਾਜ਼ਮੀ ਹੈ, ਕਰ ਲਓ, ਪਰ ਉਹਦੇ ਨਾਲ ਇਸ ਗੱਲ ਦਾ ਅਹਿਸਾਸ ਕਰਨਾ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਦਿਨ ਜੇ ਕਿਤੇ ਕਮਜ਼ੋਰੀ ਕੋਈ ਕਮਜ਼ੋਰੀ ਰਹਿ ਕੇ ਹੀ ਅਸੀਂ ਗੁਰੂ ਤੋਂ ਬੇਮੁਖ ਹੋ ਗਏ, ਤੇ ਫਿਰ ਅੱਜ ਦੇ ਦਿਨ ਹੀ ਸਾਨੂੰ ਇਹ ਸਮਝ ਆ ਜਾਏ, ਇਹ ਉਹਨਾਂ 40 ਮਹਾਨ ਜਿਹੜੀਆਂ ਸ਼ਖਸੀਅਤਾਂ ਸੀ, ਜਿਨ੍ਹਾਂ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ ਬਾਬਾ ਖੁਸ਼ਹਾਲ ਸਿੰਘ, ਉਹਨਾਂ ਦੇ ਪੁੱਤਰ ਬਾਬਾ ਦੁਨੀ ਚੰਦ ਮਸੰਦ ਜਿਹੜਾ ਭੱਜ ਕੇ ਆ ਗਿਆ ਸੀ, ਉਹਦੇ 2 ਪੁੱਤਰ, ਮਾਤਾ ਭਾਗ ਕੌਰ ਦੇ ਭਰਾ, ਪਤੀ, ਦਿਓਰ ਭਾਈ ਮਹਾਂ ਸਿੰਘ ਰਟੌਲ, ਤੇ ਹੋਰ ਉਹ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਦੇ ਦਿਨ ਸ਼ਹੀਦ ਹੋਈਆਂ ਸਨ, ਉਹਨਾਂ ਦੀ ਸ਼ਹਾਦਤ ਨੂੰ ਆਪਣੇ ਧਿਆਨ 'ਚ ਰੱਖ ਕੇ ਆਪਣੇ ਅੰਦਰ ਅਗਰ ਕੋਈ ਕਮਜ਼ੋਰੀ ਜੀ ਮਹਿਸੂਸ ਹੁੰਦੀ ਹੈ ਤੇ ਉਹਨੂੰ ਦੂਰ ਕਰ ਲੈਣ ਦਾ ਯਤਨ ਕਰ ਲੈਣਾ ਚਾਹੀਦਾ ਹੈ, ਤੇ ਸਤਿਗੁਰੂ ਤੇ ਬਖਸ਼ਿੰਦਾ ਹੈ। ਗੁਰਚਰਨ ਸ਼ਰਨ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬਸ ਇਹਨਾਂ ਦਿਨਾਂ ਦੀ ਮਹਾਨਤਾ ਇਹੀ ਹੁੰਦੀ ਹੈ। ਸਿਰਫ ਇਹ ਨਹੀਂ ਕਿ ਬ੍ਰਾਹਮਣੀ ਕਰਮਕਾਂਡ ਦੇ ਮੁਤਾਬਕ ਗਏ ਉੱਥੇ, ਸਰੋਵਰ ਚੁੱਭੀਆਂ 4 ਮਾਰੀਆਂ, ਜਿੱਦਾਂ ਦੇ ਗਏ ਸੀ ਉੱਦਾਂ ਦੇ ਹੀ ਵਾਪਸ ਆ ਗਏ, ਨਾ ਆਪਾ ਚੀਨਣ ਦੀ ਗੱਲ ਕੀਤੀ, ਨਾ ਸਵੈ ਪੜਚੋਲ ਦੇ ਰਸਤੇ ਤੇ ਤੁਰੇ, ਨਾ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ ਕੋਈ ਉਦਮ ਕੀਤਾ। ਤੇ ਫਿਰ ਗੁਰੂ ਦੀਆਂ ਬਖਸ਼ਿਸ਼ਾਂ ਨਹੀਂ ਹੋਣੀਆਂ ਜਦੋਂ ਤੱਕ ਅਸੀਂ ਆਪ ਉਦਮ ਨਹੀਂ ਕਰਾਂਗੇ ਤਾਂ। ਸੋ ਇਹ ਜੋ ਇਤਿਹਾਸ ਹੈ, ਸਾਖੀ ਹੈ, ਸਿਰਫ ਕੰਨ ਰਸ ਕਰਕੇ ਨਾ ਛੱਡ ਦਿੱਤਾ ਜਾਵੇ। ਉਹਨਾਂ ਨੇ ਕਿਸੇ ਕਾਰਨਾਂ ਕਰਕੇ ਵਿਦਾਵਾ ਲਿਖਿਆ ਸੀ ਤਾਂ ਜਾਨਾਂ ਵਾਰ ਕੇ ਵਿਦਾਵਾ ਪੜਵਾ ਲਿਆ, ਤੇ ਅਸੀਂ ਤਾਂ ਸੁੱਖਾਂ ਵਿੱਚ ਰਹਿ ਕੇ ਪੈਰ ਪੈਰ ਤੇ ਵਿਦਾਵਾ ਲਿਖਦੇ ਹਾਂ, ਪਰ ਕਦੀ ਪੜਵਾਉਣ ਦਾ ਯਤਨ ਨਹੀਂ ਕੀਤਾ। ਉਹ ਗੁਰੂ ਤਾਂ ਬਖਸ਼ਿੰਦ ਪਿਤਾ ਹੈ, ਢਹਿਣ ਦੀ ਸਾਨੂੰ ਲੋੜ ਹੈ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ। ਟਹਿ ਪਈਏ ਤਾਂ ਗੁਰੂ ਬਖਸ਼ਦਾ ਹੈ। ਸੋ ਕੋਸ਼ਿਸ਼ ਕਰਨੀ ਹੈ ਕਿ ਆਹ ਦਿਨ ਸੁਧ ਮਨਾਉਂਦੇ ਹਾਂ, ਸਾਰੇ ਕੰਮ ਕਾਜ ਕਰਦੇ ਹਾਂ, ਜੋ ਅਸੀਂ ਵੀ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰ ਬਣ ਸਕੀਏ। ਜੇ ਕਿਸੇ ਕਾਰਨਾਂ ਕਰਕੇ ਕੋਈ ਇਹੋ ਜਿਹਾ ਕਰਮ ਹੁੰਦੇ ਨੇ, ਕੋਈ ਕਿਉਂ, ਪੈਰ ਪੈਰ ਤੇ ਕਮਜ਼ੋਰੀਆਂ ਸਾਡੇ ਨੇ, ਪਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈ ਸਕੀਏ। ਜਿਹੜੀ ਨਾ ਡਾਕਟਰ ਸਾਹਿਬ, ਮੈਂ ਇਹਨਾਂ ਦੀ ਜੋ ਚੌਧਰੀਆਂ ਦੀ ਗੱਲ ਕਰਦੇ ਨਾ, ਪੱਟੀ ਦਿਆਂ ਦੀ, ਜਿਹੜੇ ਗੁਰੂ ਸਾਹਿਬ ਨੂੰ ਸਮਝਾਉਣ ਗਏ ਸੀਗੇ ਕਿ ਤੁਸੀਂ ਹਕੂਮਤ ਨਾਲ ਸਮਝੌਤਾ ਕਰ ਲਓ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਵੰਗਾਰ ਕੇ ਲਾਹਨਤ ਪਾਈ ਉਹਨਾਂ ਨੂੰ ਕਿ ਉਦੋਂ ਤੁਸੀਂ ਕਿੱਥੇ ਗਏ ਸੀ। ਉਹ ਬਹੁਤ ਅਮੀਰ ਸਨ। ਉਹਨਾਂ ਨੂੰ ਇੱਦਾਂ ਲੱਗਦਾ ਸੀਗਾ ਕਿ ਜੇ ਅਸੀਂ ਗੁਰੂ ਦੇ ਸਿੰਘ ਬਣੇ ਰਹੇ
ਤੇ ਸ਼ਾਇਦ ਹਕੂਮਤ ਸਾਡੀ ਜਿਹੜੀ ਜ਼ਗੀਰਾਂ ਹੈ ਜ਼ਬਤ ਨਾ ਕਰ ਲੈ, ਸਾਡਾ ਨੁਕਸਾਨ ਨਾ ਹੋ ਜਾਏ ਕਿਤੇ। ਉਹਨਾਂ ਨੂੰ ਦੁਨਿਆਵੀ ਪਦਾਰਥ ਦੀ ਨੂੰ ਬਚਾਉਣ ਦੀ ਚਿੰਤਾ ਸੀ। ਪਰ ਜਦੋਂ ਗੁਰੂ ਸਾਹਿਬ ਦੇ ਕੋਲ ਗਏ, ਜਦੋਂ ਸਮਾਂ ਬਣਿਆ, ਜਦੋਂ ਸਬੱਬ ਗੁਰੂ ਨੇ ਬਣਾਇਆ, ਬਾਬਾ ਖੁਸ਼ਹਾਲ ਸਿੰਘ ਨੇ ਬੰਗਾਰਿਆ ਕਿ ਉਹ ਕਿਹੜੇ ਭੁਲੇਖੇ 'ਚ ਪਏ ਹੋ। ਗੁਰੂ ਨੇ ਮੌਕਾ ਦਿੱਤਾ ਹੈ ਟੁੱਟੀ ਗੰਢਣ ਦਾ, ਅੱਜ ਆਪਣੀਆਂ ਜਾਨਾਂ ਵਾਰ ਕੇ ਇਹ ਮੌਕਾ ਹੱਥੋਂ ਨਾ ਗਵਾਇਓ। ਤੇ ਉਹ ਵੀ ਨਿਕਲ ਕੇ ਜਦੋਂ ਵਜ਼ੀਰ ਖਾਨ ਨੂੰ ਬੰਗਾਰਦੇ ਹੈ ਕਿ ਗੁਰੂ ਨੂੰ ਜਿਉਂਦਾ ਪਕੜਨ ਦਾ ਸੁਪਨਾ ਵੇਖਣ ਵਾਲਿਆ, ਪਹਿਲਾਂ ਸਾਡੇ ਨਾਲ ਤਾਂ 2-2 ਹੱਥ ਕਰਕੇ ਵੇਖ। ਤੇ ਐਸੇ ਹੱਥ ਕਰਦੇ ਨੇ 2-2 ਕਿ ਵਜ਼ੀਰ ਖਾਨ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਸੁਲਝਿਆ ਹੋਇਆ ਫੌਜੀ ਜਰਨੈਲ ਹੈ, ਬਹਾਦਰ ਹੈ, ਬੜਾ ਮਾਣ ਸਤਿਕਾਰ ਰੱਖਦਾ ਹੈ, ਜਿਹਦੇ ਕੋਲੋਂ ਦੀ ਗੁਰੂ ਸਾਹਿਬ ਲੰਘ ਕੇ ਆ ਗਏ ਸਨ, ਪਹਿਲਾਂ ਆਪਣੀ ਨਮੋਸ਼ੀ ਨੂੰ ਖਤਮ ਕਰਨ ਵਾਸਤੇ ਆਇਆ ਹੈ। ਉਹਨਾਂ ਨੂੰ ਵੀ ਜਦੋਂ ਉਹਨਾਂ ਦਾ ਜਦੋਂ ਟਾਕਰਾ ਉਹ ਗੁਰੂ ਉਹਨਾਂ ਸਿੰਘਾਂ ਨਾਲ ਹੁੰਦਾ ਤੇ ਪਾਣੀ ਪਿਆਸਾ ਦੋ ਪਾਸਿਆਂ ਦੀ ਮਾਰ ਨਾ ਝੱਲਦਾ ਹੋਇਆ ਦੇਖਿਆ ਜਾਵੇ ਤੇ 40 ਸਿੰਘਾਂ ਦੀ ਗਿਣਤੀ ਕਿੰਨੀ ਕੁ ਹੁੰਦੀ ਆ 8000 ਦੇ ਮੁਕਾਬਲੇ ਤੇ ਉਧਰ ਫੌਜਾਂ 10000 15 8000 ਗਿਣਤੀ ਦੱਸੀ ਇਤਿਹਾਸ ਨੇ ਵੀ 8000 ਗਿਣਤੀ ਦੇ ਸਾਹਮਣੇ 40 ਕੀ ਹੁੰਦੇ ਨੇ। ਤੇ ਦੂਸਰੇ ਪਾਸੇ 500 ਹੈ। ਉਹਨਾਂ 500 ਦੇ ਵਿੱਚੋਂ ਕਿਹਾ ਜਾਂਦਾ ਕਿ 300 ਦੀ ਡਿਊਟੀ ਢਾਬ ਦੀ ਰਾਖੀ ਕਰਨ ਵਾਸਤੇ ਲੱਗੀ ਹੋਈ ਆ ਵੀ ਜਦੋਂ ਪਾਣੀ ਪੀਣਾ, ਜਿਹੜਾ ਪਾਣੀ ਪੀਣਾ ਆਵੇ ਉਹਨੂੰ ਹੀ ਬਸ ਵੱਢ ਦਿਓ, ਪਾਣੀ ਨਹੀਂ ਕਿਸੇ ਨੂੰ ਪੀਣ ਦੇਣਾ, ਤਾਂ ਕਿ ਪਾਣੀ ਕਰਕੇ ਹੀ ਉਹ ਜਿਹੜੀ ਫੌਜ ਹੈ ਉਹ ਪਿਆਸੀ ਰਹਿ ਕੇ ਲੜਨ ਤੋਂ ਅਸਮਰੱਥ ਹੋ ਜਾਏ। ਇਹ ਸਿੰਘ ਤਾਂ ਹੈ ਨਹੀਂ ਵੀ ਇੱਕ ਮੁੱਠ ਛੋਲਿਆਂ ਦੀ ਖਾ ਕੇ ਕਈ ਦਿਨ ਭੁੱਖੇ ਪਿਆਸੇ ਲੜਦੇ ਰਹਿ ਸਕਦੇ ਆ। ਇਹ ਤਾਂ ਤਨਖਾਹਦਾਰ ਫੌਜਾਂ ਹੈ, ਦੁਪਹਿਰਾ ਵੀ ਨਹੀਂ ਕੱਟਿਆ, ਮੈਦਾਨ ਛੱਡ ਕੇ ਦੌੜ ਗਏ। ਤੇ ਇੱਥੇ ਗੁਰੂ ਸਾਹਿਬ ਨੇ ਜਦੋਂ ਵਜ਼ੀਰ ਖਾਨ ਨੂੰ ਭਜਾ ਲਿਆ ਤੇ ਮੈਂ ਇੱਦਾਂ ਮਹਿਸੂਸ ਕਰਦਾ ਇਹ ਲੜਾਈ ਖੁੱਲ੍ਹੇ ਮੈਦਾਨ ਦੇ ਵਿੱਚ ਆਮੋ ਸਾਹਮਣੀ ਟੱਕਰ ਸੀ। ਠੀਕ ਹੈ, ਇਹ ਛਾਪਾਮਾਰ ਲੜਾਈ ਨਹੀਂ ਸੀ ਜੀ, ਇਹ ਆਮੋ ਸਾਹਮਣੀ ਟੱਕਰ ਸੀ। ਦੋ ਫੌਜਾਂ ਆਮੋ ਸਾਹਮਣੀਆਂ ਲੜਦੀਆਂ ਤੇ ਜਦੋਂ ਬੇਸ਼ੱਕ ਗਿਣਤੀ ਪੱਖੋਂ ਅਸਾਵਾਂ ਪੱਖ ਹੈ, ਇੱਕ ਪਾਸੇ 500-600 ਹੈ, ਇੱਕ ਪਾਸੇ 8000 ਹੈ, ਪਰ ਉਸ ਦੇ ਬਾਵਜੂਦ ਵੀ 500-600 ਨੇ 8000 ਦੇ ਐਸੇ ਛੱਕੇ ਛੁਡਾਏ ਕਿ ਉਹ ਮੈਦਾਨ ਛੱਡ ਕੇ ਦੌੜ ਗਏ। ਚੌਧਰੀਆਂ ਦੀ ਗੱਲ ਕੀਤੀ ਹੈ ਤੁਸੀਂ, ਉਹ ਚੌਧਰੀ ਸਿਰਫ ਆਪਣੀ ਚੌਧਰ ਪਾਲਣ ਵਾਸਤੇ ਗਏ ਸੀ, ਜਾਇਦਾਦ ਬਚਾਉਣ ਵਾਸਤੇ ਅਸੀਂ ਸੂਬੇ ਤੋਂ ਵੀ ਸੱਚੇ ਹੋ ਸਕੀਏ। ਇਹ ਵੀ ਸਮਝਦੇ ਸਨ ਕਿ ਗੁਰੂ ਸਾਹਿਬ ਕੁਛ ਤਾਂ ਲੁਟਾਇਆ ਆ, ਹੁਣ ਕੀ ਹੈ ਮੁੱਠੀ ਪਰ ਸਿੰਘ ਨੇ ਤੇ ਉਹਨਾਂ ਦੀ ਸੁਲਾਹ ਕਰਾ ਦੀ। ਇਹ ਚੌਧਰ ਆਏ ਸਨ ਤੇ ਜਿਹੜੇ ਦੂਸਰੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਜਿਹੜੇ ਜਾਨਾਂ ਬਾਰ ਗਏ ਉਹਨਾਂ ਦਾ ਨਾਂ ਅੱਜ ਤੱਕ ਅਮਰ ਹੋ ਗਿਆ, ਜਿਨ੍ਹਾਂ ਨੇ ਕਹਿ ਦਿੱਤਾ ਕਿ ਲਓ ਸੱਚੇ ਪਾਤਸ਼ਾਹ ਆ ਗਏ ਆ, ਹੁਣ ਤੁਸੀਂ ਬਖਸ਼ ਲਓ, ਅਸੀਂ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੇ ਵੀ ਦਿਲ ਖੋਲ ਕੇ ਆਖਿਆ ਕਿ ਜਾਓ ਮੁਕਤ ਸਾਰੇ, ਤੁਸਾਂ ਸਾਰਿਆਂ ਦਾ ਨਾਵਾਂ ਸਿੱਖੀ ਦੀ ਵਹੀ ਤੇ ਚਾੜ ਦਿੱਤਾ, ਤੀਰ ਇਤਨਾ ਆਖ ਦਸ਼ਮੇਸ਼ ਜੀ ਨੇ ਹੱਥੀਂ ਕਾਗਦ ਵਿਦਾਵੇ ਦਾ ਪਾੜ ਦਿੱਤਾ। ਸੋ ਉਹ ਵਿਦਾਵੀ ਸਿੱਖ ਅੱਜ ਦੇ ਦਿਨ ਮੁੜ ਕੇ ਗੁਰੂ ਵਾਲੇ ਬਣ ਗਏ ਨੇ। ਕੋਸ਼ਿਸ਼ ਕਰਨੀ ਹੈ ਕਿ ਅਸੀਂ ਵੀ ਗੁਰੂ ਵਾਲੇ ਬਣੀਏ। ਸੋ ਭਾਈ ਸਾਹਿਬ ਮਿੰਟ 4-5 ਰਹਿ ਗਏ ਨੇ, ਆਪਾਂ ਇੱਥੋਂ ਅਗਾਂਹ ਚੱਲਣਾ ਹੈ। ਇਸ ਜਗ੍ਹਾ ਤੋਂ ਇਸ ਲੜਾਈ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਨਾਲ ਬਚੇ ਸਿੰਘਾਂ ਨੂੰ ਲੈ ਕੇ ਸਾਬੋ ਕੀ ਤਲਵੰਡੀ ਚਲ ਜਾਂਦੇ ਨੇ। ਗੋਨਿਆਣੇ ਦੇ ਵਿੱਚੋਂ ਦੀ ਹੁੰਦੇ ਹੋਏ, ਇਹ ਜੰਗਲ ਦਾ ਇਲਾਕਾ ਸੀ, ਝਾੜੀਆਂ ਨਾਲ ਭਰਿਆ ਹੋਇਆ ਸੀ, ਪਾਣੀ ਮਿਲਦਾ ਨਹੀਂ ਸੀ ਤੇ ਗੁਰੂ ਸਾਹਿਬ ਨੇ ਇਸ ਇਲਾਕੇ ਦਾ ਨਾਂ ਰੱਖਿਆ ਲੱਖੀ ਜੰਗਲ। ਅੱਜ ਤੱਕ ਲੱਖੀ ਜੰਗਲ ਕਰਕੇ ਉਹ ਇਲਾਕਾ ਮਸ਼ਹੂਰ ਹੈ। ਜਿੱਥੇ ਪਹਿਲਾਂ ਕੁਝ ਨਹੀਂ ਹੁੰਦਾ ਸੀ, ਅੱਜ ਉੱਥੇ ਲੱਖਾਂ ਦੀਆਂ ਫਸਲਾਂ ਹੁੰਦੀਆਂ, ਲਹਿਰਾਂ ਬਹਿਰਾਂ ਲੱਗੀਆਂ ਹੋਈਆਂ। ਇਸ ਜਗ੍ਹਾ ਤੋਂ ਚੱਲ ਕੇ ਚੌਧਰੀ ਡੱਲੇ ਦੇ ਕੋਲ ਸਾਬੋ ਕੀ ਤਲਵੰਡੀ ਪਹੁੰਚਦੇ ਨੇ, ਜਿੱਥੇ ਅੱਜ ਸਿੱਖ ਕੌਮ ਦਾ ਗੁਰੂ ਖਾਲਸਾ ਪੰਥ ਦਾ 5ਵਾਂ ਤਖਤ ਸ੍ਰੀ ਦਮਦਮਾ ਸਾਹਿਬ ਸਥਾਪਿਤ ਹੈ। ਉਸ ਜਗ੍ਹਾ ਤੇ ਪਹੁੰਚਦੇ ਨੇ ਭਾਈ ਡੱਲੇ ਦੇ ਕੋਲ, ਚੌਧਰੀ ਕੋ, ਤੇ ਵਜ਼ੀਰ ਖਾਂ ਉੱਥੇ ਡੱਲੇ ਨੂੰ ਵੀ ਸੁਨੇਹਾ ਭੇਜਦਾ ਹੈ। ਔਰੰਗਜ਼ੇਬ ਕੋਲੋਂ ਵੀ ਸੁਨੇਹਾ ਭਜਵਾਉਂਦਾ ਹੈ ਕਿ ਗੁਰੂ ਹਕੂਮਤ ਦਾ ਵਾਗੀ ਹੈ, ਇਹਨੂੰ ਸਾਡੇ ਹਵਾਲੇ ਕਰ ਦਿਓ। ਜਿਵੇਂ ਉਹ ਲਖਵੀਰ ਤੇ ਸ਼ਮੀਰ ਨੇ ਸੁਨੇਹਾ ਦਿੱਤਾ ਸੀ ਵਾਪਸ, ਤੁਹਾਡਾ ਹੋਏਗਾ ਵਾਗੀ, ਸਾਡਾ ਤਾਂ ਮੁਰਸ਼ਿਦ ਹੈ। ਤੇ ਡੱਲੇ ਨੇ ਆਖਿਆ ਸੀ ਕਿ ਇਹ ਹੁਣ ਚਮਕੌਰ ਦੀ ਗੜੀ ਨਹੀਂ ਹੈ, ਇਹ ਮਾਲਵੇ ਦੀ ਧਰਤੀ ਹੈ, ਇੱਥੇ ਜਿਗਰੇ ਵਾਲੇ ਲੋਕ ਹੀ ਆ ਸਕਦੇ ਹੈ। ਜੇ ਤੁਹਾਡੀ ਹਿੰਮਤ ਹੈ, ਉੱਥੇ ਖਦਰਾਣੇ ਦੇ ਵਿੱਚ ਮੂੰਹ ਦੀ ਖਾਣ ਤੋਂ ਬਾਅਦ ਵੀ ਜੇ ਹਿੰਮਤ ਹੈਗੀ ਹੈ ਤੇ ਆ ਕੇ ਵੇਖੋ, ਤੁਸੀਂ ਤੁਹਾਡੇ ਪੈਰਾਂ ਥੱਲੇ, ਜਿਵੇਂ ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਲਿਖਿਆ ਸੀ ਕਿ ਮਾਲਵੇ ਦੀ ਧਰਤੀ ਤੇ ਪੈਰ ਰੱਖ ਕੇ ਵੇਖ, ਇਹ ਔਰੰਗਜ਼ੇਬ ਤੇਰੇ ਪੈਰਾਂ ਥੱਲੇ ਅੱਗ ਦੇ ਭਾਂਬੜ ਬਾਲ ਦਿਆਂਗਾ ਮੈਂ, ਕਿਉਂਕਿ ਸਾਰੀ ਇਸ ਇਲਾਕੇ ਦੇ ਸਿੱਧੂ ਬਰਾੜ ਜੱਟ ਕੌਮ ਜਿਹੜੀ ਹੈ ਉਹ ਮੇਰੇ ਨਾਲ ਹੈ। ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਸਾਬੋ ਕੀ ਤਲਵੰਡੀ
ਦੁਆਰਾ ਫਿਰ ਲਹਿਰਾਂ ਵਹਿਰਾਂ ਹੋਈਆਂ। ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਜੀ ਦਿੱਲੀ ਤੋਂ ਇੱਥੇ ਆਏ। ਇੱਥੇ ਹੀ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁੜ ਸੰਪਾਦਨਾ ਕੀਤੀ, ਸੰਪੂਰਨਤਾ ਕੀਤੀ, ਜਿਹਨੂੰ ਦਮਦਮੀ ਸਾਹਿਬ ਦੇ ਬੀੜ ਦੇ ਰੂਪ ਦੇ ਵਿੱਚ ਅੱਜ ਗੁਰੂ ਖਾਲਸਾ ਪੰਥ ਆਪਣੇ ਗੁਰੂ ਦੇ ਰੂਪ ਦੇ ਵਿੱਚ ਮੱਥਾ ਟੇਕਦਾ ਹੈ। ਉਸ ਗ੍ਰੰਥ ਦੀ ਸੰਪੂਰਨਤਾ ਵੀ ਸਾਬੋ ਕੀ ਤਲਵੰਡੀ ਵਿਖੇ ਹੋਈ। 1.5 ਕੁ ਸਾਲ ਇੱਥੇ ਗੁਰੂ ਸਾਹਿਬ ਰਹੇ। ਅਕਤੂਬਰ 1706 ਤੱਕ ਇਸ ਜਗ੍ਹਾ ਤੇ ਰਹੇ। ਉਦੋਂ ਤੱਕ ਔਰੰਗਜ਼ੇਬ ਦਾ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਜਦੋਂ ਉਹਨੇ ਦਿਲ ਹਾਰਿਆ, ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਇਸ ਜਗ੍ਹਾ ਤੋਂ ਚੱਲ ਕੇ ਫਿਰ ਦੱਖਣ ਵੱਲ ਨੂੰ ਗੁਰੂ ਸਾਹਿਬ ਗਏ ਨੇ ਔਰੰਗਜ਼ੇਬ ਨੂੰ ਮਿਲਣ ਵਾਸਤੇ। ਰਸਤੇ 'ਚ ਹੀ ਔਰੰਗਜ਼ੇਬ ਮਰ ਗਿਆ ਤੇ 1.5 ਸਾਲ ਇਸ ਜਗ੍ਹਾ ਤੇ ਬੈਠੇ ਨੇ। ਤੇ ਇਤਿਹਾਸਕਾਰ ਆਖਦੇ ਨੇ ਕਿ ਉਹ ਜਿਹੜਾ 1.5 ਸਾਲ ਦਾ ਸਮਾਂ ਸੀ, ਇੱਥੇ ਦੁਆਰਾ ਫਿਰ ਉਹ ਆਨੰਦਪੁਰ ਸਾਹਿਬ ਵਾਲੀਆਂ ਜਿਹੜੀਆਂ ਲਹਿਰਾਂ ਵਹਿਰਾਂ ਉਹ ਲੱਗ ਗਈਆਂ ਸਨ। ਉਵੇਂ ਹੀ ਵਿਦਵਾਨ ਕਵੀ ਆ ਕੇ ਜੁੜ ਗਏ ਸਨ, ਉਵੇਂ ਹੀ ਦਰਬਾਰ ਲੱਗਦੇ ਸਨ, ਉਵੇਂ ਹੀ ਢਾਡੀ ਵਾਰਾਂ ਗਾਉਂਦੇ ਸਨ, ਉਵੇਂ ਹੀ ਜੰਗ ਦੀਆਂ ਕਰਤੱਵ ਜਿਹੜੇ ਜੰਗ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ। ਇੱਥੇ ਹੀ ਸਾਰਾ ਪਰਿਵਾਰ ਆਇਆ। ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਦੇ ਨਾਲ ਮਾਤਾ ਜੀਆਂ ਨੂੰ ਫਿਰ ਦਿੱਲੀ ਭੇਜ ਦਿੱਤਾ ਤੇ ਆਪ ਜੀ ਇੱਥੋਂ ਦੱਖਣ ਵੱਲ ਨੂੰ ਚਲੇ ਗਏ। ਇਹ ਸਾਬੋ ਕੀ ਤਲਵੰਡੀ ਖਾਲਸੇ ਦਾ 5ਵਾਂ ਤਖਤ। ਇੱਥੇ ਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਮਾਤਾਵਾਂ ਮਿਲੀਆਂ ਨੇ ਅਤੇ ਇੱਥੇ ਹੀ ਆ ਕੇ ਪੁੱਛਿਆ ਹੈ ਕਿ ਸਾਡੇ ਸਾਹਿਬਜ਼ਾਦੇ ਕਿੱਥੇ ਨੇ। ਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਵੱਲ ਇਸ਼ਾਰਾ ਕਰਕੇ ਆਖਿਆ ਸੀ, ਇਸੇ ਸਾਬੋ ਕੀ ਤਲਵੰਡੀ ਕਰ ਕਿ ਇਨ ਪੁੱਤਰਨ ਕੇ ਸੀਸ ਪਰ ਬਾਰ ਦਿਏ ਸੋ ਚਾਰ ਮੁਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਸਾਬੋ ਕੀ ਤਲਵੰਡੀ। ਅਤੇ ਇਸ ਤੋਂ ਅਗਲਾ ਇਤਿਹਾਸ ਹੁਣ ਭਾਈ ਸਾਹਿਬ ਜੀ ਅਗਲੇ ਹਫਤੇ ਉਹ ਜਾਣਦਾ ਹੈ ਕਿ ਅਗਲੇ ਹਫਤੇ ਕਿ ਜਿਵੇਂ ਵੀ ਪ੍ਰੋਗਰਾਮ ਬਣਿਆ ਉਹਨੂੰ ਪਾਇਆ। ਪਰ ਸਮਾਂ ਇਹ ਬੁੱਧਵਾਰ ਦਾ ਅਸੀਂ ਕਹਿ ਚੁੱਕੇ ਸਾਂ। ਅੱਜ ਫਿਰ 8 ਤੋਂ 9 ਸੀ, 7 ਤੋਂ 9, 7 ਤੋਂ 8 ਕਰਨਾ ਪਿਆ ਕਿਉਂਕਿ ਅੱਜ ਮੁਕਤਸਰ ਸਾਹਿਬ ਤੋਂ ਲਾਈਵ ਪ੍ਰੋਗਰਾਮ ਜਿਹੜਾ ਹੈ ਸਿੱਖ ਚੈਨਲ ਰਾਹੀਂ ਇੱਥੇ ਦੇ ਦੇਸ਼ਾਂ ਵਿਦੇਸ਼ਾਂ 'ਚ ਵਸਦੀਆਂ ਸਿੱਖ ਸੰਗਤਾਂ ਦੇ ਲਈ 8 ਤੋਂ 10 ਲੈ ਕੇ ਆਉਂਦਾ ਜਾ ਰਿਹਾ। 8 ਤੋਂ 10 ਤੱਕ 2 ਘੰਟੇ ਲਾਈਵ ਪ੍ਰੋਗਰਾਮ ਮੁਕਤਸਰ ਸਾਹਿਬ ਤੋਂ ਕੀਰਤਨ ਦਰਬਾਰ ਤੇ ਬਾਕੀ ਦੇ ਸਾਰੇ ਪ੍ਰੋਗਰਾਮ ਆਉਣੇ ਨੇ। ਇਸੇ ਕਰਕੇ ਸਾਨੂੰ ਪ੍ਰੋਗਰਾਮ ਇਹ ਉਹ 8 ਤੋਂ 9 ਦੀ ਬਜਾਏ 7 ਤੋਂ 8 ਕਰਨਾ ਪਿਆ। ਅਗਲੇ ਹਫਤੇ ਸਤਿਗੁਰੂ ਕਿਰਪਾ ਕਰੇ 8 ਤੋਂ 9 ਦੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਸੋ ਇੰਨਾ ਹੀ ਕਹਿੰਦੇ ਅੱਜ ਜੋ ਪ੍ਰੋਗਰਾਮ ਹੈ, ਦੁਬਾਰਾ ਫਿਰ ਕੋਸ਼ਿਸ਼ ਕਰਨੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਬਦਾਵੇ ਪੜਾਏ, ਅਸੀਂ ਵੀ ਆਪਣੇ ਬਦਾਵੇ ਪੜਾ ਕੇ ਗੁਰੂ ਵਾਲੇ ਬਣੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਈਮੇਲ ਰਾਹੀਂ ਤੁਸੀਂ ਸੰਬੰਧ ਕਾਇਮ ਕਰ ਸਕਦੇ ਹੋ। ਈਮੇਲ ਉਹੀ ਹੈ asm@sikhchannel.tv ਦੇ ਉੱਤੇ। ਜਿਹੜੇ ਤੁਹਾਡਾ ਕੋਈ ਖਿਆਲ ਹੋਵੇ, ਕੋਈ ਸੁਝਾਅ ਹੋਵੇ, ਕੋਈ ਤੁਹਾਡਾ ਕੋਈ ਕਮੈਂਟ ਹੋਵੇ, ਉਹ ਤੁਸੀਂ ਸਾਡੇ ਨਾਲ ਸਾਂਝਾ ਈਮੇਲ ਰਾਹੀਂ ਕਰ ਸਕਦੇ ਹੋ ਜਾਂ ਸਟੂਡੀਓ 'ਚ ਫੋਨ ਰਾਹੀਂ ਸਾਡੇ ਨਾਲ ਸਾਂਝ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ